ਸੋ ਬੱਚਿਓ ਜਿਹੜਾ ਕਿ ਮੇਰੇ ਚੈਨਲ ਨੂੰ ਜਿਹੜਾ ਕਿ ਸਬਸਕ੍ਰਾਈਬ ਕਰੋ ਤੇ ਨਾਲ ਹੀ ਜਿਹੜਾ ਕਿ ਬੈਲ ਆਈਕਨ ਜਿਹੜਾ ਕਿ ਉਹਨੂੰ ਵੀ ਨੱਪ ਦਿਓ ਤੇ ਜੋ ਵੀ ਕਮੈਂਟ ਜਿਹੜਾ ਕਿ ਤੁਸੀਂ ਕਰਨਾ ਚਾਹੁੰਦੇ ਹੋ ਵੀ ਜੋ ਵੀ ਤੁਹਾਨੂੰ ਸਮਝ 'ਚ ਨਹੀਂ ਆਉਂਦਾ ਉਹ ਜ਼ਰੂਰ ਜਿਹੜਾ ਕਿ ਉਹਦੇ ਬਾਰੇ 'ਚ ਮੈਨੂੰ ਇਨਫੋਰਮ ਕਰੋ, ਜ਼ਰੂਰ ਕਮੈਂਟਸ ਦੇ ਵਿੱਚ ਆਪਣੇ ਦੇ ਵਿੱਚ ਦੱਸੋ। ਤੇ ਨਾਲ ਹੀ ਜਿਹੜਾ ਕਿ ਪੰਪਲੇਟ ਹੈ ਇਹਦੇ ਵਿੱਚ ਜਿਹੜਾ ਕਿ ਆਪਣਾ ਮੇਲ ਐਡਰੈਸ ਵੀ ਦਿੱਤਾ ਹੋਇਆ, ਸਾਰੀ ਇਨਫੋਰਮੇਸ਼ਨ ਦਿੱਤੀ ਹੋਈ ਹੈ ਤੇ ਤੁਸੀਂ ਉਹਨੂੰ ਜ਼ਰੂਰ ਜਿਹੜਾ ਕਿ ਦੇਖ ਲਓ। ਸੋ ਥੈਂਕ ਯੂ ਬੇਟਾ। ਹੈਲੋ ਬੇਟਾ ਅੱਜ ਦਾ ਜਿਹੜਾ ਕਿ ਲੈਕਚਰ ਹੈ ਉਹ ਹੈਗਾ ਏ ਡਿਸਪਲੇਸਮੈਂਟ ਰਿਐਕਸ਼ਨ ਦੇ ਬਾਰੇ ਦੇ ਵਿੱਚ। ਡਿਸਪਲੇਸਮੈਂਟ ਦਾ ਕੀ ਮਤਲਬ ਹੁੰਦਾ ਹੈ ਕਿਉਂਕਿ ਆਪਾਂ ਕੈਮੀਕਲ ਰਿਐਕਸ਼ਨਸ ਕਰ ਰਹੇ ਸਾਂ, ਉਹਨਾਂ ਦੇ ਟਾਈਪਸ ਕਰ ਰਹੇ ਸਾਂ, ਉਹ ਚੀਜ਼ ਦੇਖਦੇ ਹਾਂ ਕਿ ਡਿਸਪਲੇਸਮੈਂਟ ਰਿਐਕਸ਼ਨ ਕੀ ਹੈ। ਡਿਸਪਲੇਸਮੈਂਟ ਦਾ ਮਤਲਬ ਇਹਦੇ 'ਚ ਵਰਡ ਆਉਂਦਾ ਡਿਸਪਲੇਸ, ਮਤਲਬ ਕਿ ਕਿਸੇ ਚੀਜ਼ ਨੂੰ ਡਿਸਪਲੇਸ ਕਰ ਦੇਣਾ, ਯਾਨੀ ਕਿ ਕੋਈ ਐਲੀਮੈਂਟ ਕਿਸੇ ਦੂਸਰੇ ਐਲੀਮੈਂਟ ਨੂੰ ਡਿਸਪਲੇਸ ਕਰ ਦੇਵੇ, ਉੱਥੋਂ ਆਪਣੀ ਜਗ੍ਹਾ ਤੋਂ ਹਟਾ ਕੇ ਤੇ ਆਪ ਉਹਦੀ ਜਗ੍ਹਾ ਜਾ ਕੇ ਲੱਗ ਜਾਵੇ। ਤੇ ਇਹੋ ਜਿਹੇ ਰਿਐਕਸ਼ਨ ਨੂੰ ਮਤਲਬ ਕੀ ਕਹਿੰਦੇ ਆਪਾਂ ਡਿਸਪਲੇਸਮੈਂਟ ਰਿਐਕਸ਼ਨ ਕਹਿੰਦੇ ਹਾਂ। ਕੋਈ ਕੰਪਾਊਂਡ ਲੈ ਲਈਏ, ਉਹਦੇ 'ਚ ਜਿਹੜਾ ਕਿ ਕੋਈ ਐਲੀਮੈਂਟ ਜਿਹੜਾ ਕਿ ਇਸ ਤਰ੍ਹਾਂ ਰਿਐਕਟ ਕਰੇ ਕਿ ਉਹਦੇ ਇੱਕ ਜਿਹੜਾ ਕਿ ਮਤਲਬ ਜੋ ਉਹਦੇ ਲੱਗਾ ਐਲੀਮੈਂਟ ਹੈ ਉਹਨੂੰ ਹਟਾ ਕੇ ਆਪ ਉਹਦੀ ਜਗ੍ਹਾ 'ਤੇ ਜਾ ਕੇ ਲੱਗ ਕੇ ਇੱਕ ਵੱਖਰਾ ਹੀ ਜਿਹੜਾ ਕਿ ਕੰਪਾਊਂਡ ਬਣਾ ਦੇ, ਤਾਂ ਉਹਨੂੰ ਆਪਾਂ ਕੀ ਕਹਿੰਦੇ ਹਾਂ ਡਿਸਪਲੇਸਮੈਂਟ ਰਿਐਕਸ਼ਨ ਕਹਿੰਦੇ। ਇਹਨੂੰ ਸਮਝਣ ਵਾਸਤੇ ਆਪਾਂ ਐਕਟੀਵਿਟੀ 1.9 ਹੈ, ਇਹਦੇ 'ਚ ਆਪਾਂ ਜਿਹੜਾ ਕਿ ਦੇਖਦੇ ਹਾਂ ਕਿ ਕੀ ਹੈਗਾ ਹੈ। ਪਹਿਲਾਂ ਦੇਖੀਏ ਕਿ ਇਹ ਡਿਸਪਲੇਸਮੈਂਟ ਰਿਐਕਸ਼ਨ ਦੇ ਵਿੱਚ ਜਿਹੜਾ ਕਿ ਕੀ ਹੈਗਾ ਕਿ ਆਪਾਂ ਦੋ ਟਿਊਬਾਂ ਲੈਂਦੇ ਹਾਂ ਕੱਚ ਦੀਆਂ। ਇੱਕ ਟਿਊਬ ਦਾ ਨਾਂ ਜਿਹੜਾ ਕਿ ਦਿੰਦੇ A, ਦੂਸਰੀ ਟਿਊਬ ਨੂੰ ਆਪਾਂ ਕੀ ਕਹਿ ਦਿੰਦੇ ਹਾਂ B। ਹੁਣ ਇਹ ਟਿਊਬ ਦੇ 'ਚ ਆਪਾਂ ਕੀ ਕਹਿੰਦੇ ਕਰਦੇ ਹਾਂ ਕਿ 20 ml ਜਿਹੜਾ ਕਿ ਲੈਂਦੇ ਹਾਂ ਆਪਾਂ ਕਾਪਰ ਸਲਫੇਟ ਸੋਲਿਊਸ਼ਨ। ਕਾਪਰ ਸਲਫੇਟ ਸੋਲਿਊਸ਼ਨ ਜਿਹੜਾ ਕਿ 20 ml ਜਿਹੜਾ ਕਿ ਲੈ ਲੈਂਦੇ। ਹੁਣ ਆਪਾਂ ਦੇਖਦੇ ਹਾਂ ਕਿ ਜਿਹੜਾ ਕਿ ਸਾਡੇ ਕੋਲ ਹੈਗਾ ਹੈ ਕਾਪਰ ਸਲਫੇਟ ਸੋਲਿਊਸ਼ਨ। ਇਹਨੂੰ ਆਮ ਤੌਰ 'ਤੇ ਆਪਾਂ ਮਾਰਕੀਟ ਤੋਂ ਲੈਣ ਜਾਈਏ ਤਾਂ ਆਪਾਂ ਇਹਨੂੰ ਕੀ ਕਹਿੰਦੇ ਹਾਂ, ਆਪਾਂ ਇਹਨੂੰ ਕਹਿੰਦੇ ਹਾਂ ਕਿ ਨੀਲਾ ਥੋਥਾ। ਆਪਾਂ ਨੀਲਾ ਥੋਥਾ ਜਿਹੜਾ ਕਿ ਇਹਨੂੰ ਕਹਿੰਦੇ ਹਾਂ। ਤੇ ਇਹਨੂੰ ਆਪਾਂ ਲੈ ਕੇ ਤੇ ਕੀ ਕਰਦੇ ਹਾਂ, ਨੀਲੇ ਥੋਥੇ ਨੂੰ ਜਿਹੜਾ ਕਿ ਉਹਨੂੰ ਪਾਣੀ ਦੇ ਵਿੱਚ ਪਾ ਕੇ ਤੇ ਉਹਦਾ ਇੱਕ ਘੋਲ ਜਿਹਾ ਜਿਹੜਾ ਕਿ ਉਹ ਤਿਆਰ ਕਰ ਲੈਂਦੇ। ਹੁਣ ਦੋ ਟਿਊਬਾਂ ਜਿਸ ਤਰ੍ਹਾਂ ਲਈਆਂ ਸੀ, ਉਹਨਾਂ ਦੇ 'ਚ ਇੱਕ ਦੇ 'ਚ 20 ml ਪਾ ਲਿਆ, ਦੂਸਰੀ 'ਚ ਵੀ ਇਸ ਤਰ੍ਹਾਂ 20 ml ਪਾ ਲਿਆ ਤੇ 3 ਕਿੱਲ ਲੈ ਲੈਣੇ। ਨੇਲ ਜਿਹੜਾ ਕਿ ਉਹ ਲੋਹੇ ਦੇ ਬਣੇ ਹੋਏ ਨੇ, 3 ਕਿੱਲ ਲੈ ਕੇ ਤੇ ਇਸ ਤਰ੍ਹਾਂ ਜਿਹੜਾ ਕਿ 2 ਕਿੱਲ ਇੱਥੇ ਜਿਹੜਾ ਕਿ ਇੱਕ ਧਾਗੇ ਦੀ ਮਦਦ ਦੇ ਨਾਲ ਜਿਹੜਾ ਕਿ ਸਟੈਂਡ ਦੇ 'ਚ ਦੇਖਦੇ ਹਾਂ ਕਿ ਕਿਸ ਤਰ੍ਹਾਂ ਟੈਸਟ ਟਿਊਬ ਲਗਾਈ ਗਈ ਹੈ ਤੇ ਜਿਹੜਾ ਕਿ ਧਾਗੇ ਦੀ ਮਦਦ ਦੇ ਨਾਲ ਆਪਾਂ 2 ਕਿੱਲ ਜਿਹੜਾ ਕਿ ਉਹਦੇ 'ਚ ਲਟਕਾ ਦਿੰਦੇ ਹਾਂ। ਹੁਣ 2 ਕਿੱਲ ਕਿਉਂ ਲਟਕਾਏ ਆ, ਕਿਉਂਕਿ ਜੇ 1 ਕਿੱਲ ਲੈਂਦੇ ਤੇ ਰਿਐਕਸ਼ਨ ਸ਼ਾਇਦ ਸਲੋ ਹੁੰਦਾ, ਤੇ ਆਪਾਂ ਕੀ ਕਰਦੇ ਹਾਂ ਕਿ 2 ਕਿੱਲ ਲੈ ਲੈਂਦੇ ਜਿਹੜਾ ਥੋੜਾ ਰਿਐਕਸ਼ਨ ਜਿਹੜਾ ਕਿ ਫਾਸਟ ਹੋਵੇ ਤੇ ਸਾਨੂੰ ਜ਼ਿਆਦਾ ਟਾਈਮ ਜਿਹੜਾ ਕਿ ਨਾ ਉੱਥੇ ਲਗਾਉਣਾ ਪਏ। ਹੁਣ ਇਸ ਤਰ੍ਹਾਂ ਕੀ ਹੈ ਕਿ 20 ਮਿੰਟ ਜਿਹੜਾ ਕਿ ਇਹਨੂੰ ਇਸ ਤਰ੍ਹਾਂ ਪਿਆ ਰਹਿਣ ਦਿੰਦੇ ਆ। 1 ਕਿੱਲ ਜਿਹੜਾ ਕਿ ਨਾ 3 ਕਿੱਲਾਂ 'ਚੋਂ 2 ਕਿੱਲ ਤੇ ਆਪਾਂ ਲੈ ਲਏ, 1 ਕਿੱਲ ਜਿਹੜਾ ਕਿ ਉਹ ਬਾਹਰ ਰੱਖ ਲੈਂਦੇ ਆ, ਇੱਕ ਨੇਲ ਨੂੰ ਬਾਹਰ ਰੱਖ ਲੈਂਦੇ। ਇਸੇ ਤਰ੍ਹਾਂ ਕੀ ਕਰਦੇ ਆ ਕਿ 20 ml ਜਿਹੜਾ ਕਿ ਦੂਸਰੀ ਟਿਊਬ ਦੇ 'ਚ ਪਾਇਆ ਸੀਗਾ ਨਾ ਕਾਪਰ ਸਲਫੇਟ ਸੋਲਿਊਸ਼ਨ, ਉਹਨੂੰ ਵੀ ਆਪਾਂ ਕੀ ਕਰ ਲਿਆ ਬਾਹਰ ਰੱਖ ਲਿਆ। ਹੁਣ ਇਹ ਦੋਨੋਂ ਬਾਹਰ ਹੈ, ਇਹ ਕਾਹਦੇ ਵਾਸਤੇ ਰੱਖੇ ਨੇ ਕਿ ਜਦੋਂ ਰਿਐਕਸ਼ਨ ਹੋ ਜਾਏਗਾ ਤੇ ਆਪਾਂ ਇਹਨਾਂ ਨੂੰ ਕੰਪੇਅਰ ਕਰਨਾ ਹੈ ਲੋਹੇ ਦੇ ਕਿੱਲਾਂ ਨੂੰ ਜਿਹੜੇ ਆ ਅੰਦਰ ਨੇ ਤੇ ਇਹਨਾਂ ਦਾ ਕੀ ਬਣਿਆ ਤੇ ਉਹ ਬਾਹਰ ਜਿਹੜਾ ਕਿੱਲ ਬਣਿਆ ਤਾਂ ਉਹਦੇ ਨਾਲ ਕੰਪੇਅਰ ਕਰਾਂਗੇ ਤੇ ਆਪਾਂ ਜਿਹੜਾ ਕਿ ਆਹ ਜਿਹੜਾ ਸੋਲਿਊਸ਼ਨ ਹੈ ਇਹਦਾ ਕੀ ਬਣਿਆ ਤੇ ਇਹ ਜਿਹੜਾ ਕਿ ਦੂਸਰੀ ਟਿਊਬ ਦੇ ਵਿੱਚ ਪਿਆ ਨਾਲ ਕੰਪੇਅਰ ਕਰਾਂਗੇ। ਇਹ ਬੀ ਟਿਊਬ ਹੈ, ਇਹਨੂੰ ਆਪਾਂ ਬੀ ਟਿਊਬ ਕਹਿ ਦਿੰਦੇ ਹਾਂ। ਇੱਕ ਹੋਰ ਟਿਊਬ ਜਿਹੜੀ ਬਾਹਰ ਰੱਖੀ ਆ ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ ਏ ਟਿਊਬ ਜਿਹੜਾ ਕਿ ਕਹਿ ਦਿੰਦੇ, ਉਹਦੇ 'ਚ ਜਿਹੜਾ ਕਿ ਇਸ ਤਰ੍ਹਾਂ ਸੋਲਿਊਸ਼ਨ ਪਿਆ ਹੋਇਆ। ਹੁਣ ਕੀ ਕਰਦੇ ਕਿ 20 ਮਿੰਟ ਬਾਅਦ ਜਿਹੜਾ ਕਿ ਦੇਖਦੇ ਆ ਕਿ ਕੀ ਹੋਇਆ, ਕੀ ਜਿਹੜਾ ਕਿ ਦੇਖਿਆ ਆਪਾਂ 20 ਮਿੰਟ ਬਾਅਦ ਦੇਖਿਆ ਕਿ ਆਪਾਂ 20 ਮਿੰਟ ਬਾਅਦ ਇਹਨੂੰ ਕੱਢਿਆ ਤੇ ਦੇਖਦੇ ਆ ਕਿ ਜਿਹੜਾ ਆਇਰਨ ਨੇਲ ਆ, ਜਿਸ ਤਰ੍ਹਾਂ ਹੁਣ ਦੇਖੋ ਨਾ ਇਹਦੇ 'ਚ ਦੇਖਦੇ ਆ ਕਿ ਬਿਲਕੁਲ ਸ਼ਾਈਨੀ ਜਿਹਾ ਜਿਹੜਾ ਕਿ ਚਮਕਦਾਰ ਜਿਹੜਾ ਹੈਗਾ, ਲੇਕਿਨ ਇੱਥੇ ਵਿੱਚ ਕੀ ਹੋਇਆ ਬਰਾਊਨ ਜਿਹਾ ਪੈ ਗਿਆ ਉੱਤੇ ਜਿਹੜਾ ਕਿ ਇਹਦੇ ਨਾਲ ਖੁਰ ਗਿਆ ਥੋੜ੍ਹਾ ਜਿਹਾ, ਮਤਲਬ ਕਿ ਜਿਸ ਤਰ੍ਹਾਂ ਖੁਰਦਰਾ ਜਿਹਾ ਹੋ ਗਿਆ, ਇਹਦੇ 'ਚੋਂ ਜਿਹੜਾ ਕਿ ਲੋਹਾ ਲੱਥ ਕੇ ਚਲਾ ਗਿਆ ਤੇ ਇਸ ਤਰ੍ਹਾਂ ਜਿਹੜਾ ਕਿ ਨੀਲ ਜਿਹੜਾ ਕਿ ਹੋਇਆ, ਮਤਲਬ ਆਹ ਆਇਰਨ ਨੇਲ ਸੀਗਾ ਨਵਾਂ ਤੇ ਆਹ ਵਿੱਚੋਂ ਜਦੋਂ ਆਪਾਂ ਸੋਲਿਊਸ਼ਨ ਦੇ ਕੱਢਿਆ ਤੇ ਇਸ ਤਰ੍ਹਾਂ ਦਾ ਜਿਹੜਾ ਕਿ ਉਹ ਸੀਗਾ, ਯਾਨੀ ਕਿ ਥੋੜ੍ਹਾ ਜਿਹਾ ਚ ਕੋਰੋਜ਼ਨ ਹੋਈ ਹੈ, ਯਾਨੀ ਕਿ ਥੋੜ੍ਹਾ ਜਿਹਾ ਖੁਰ ਕੇ ਗਿਆ ਹੈ। ਠੀਕ ਹੈ ਨਾ। ਤੇ ਆਪਾਂ ਹੁਣ ਦੂਸਰੇ ਟਿਊਬ ਵੱਲ ਵੇਖਦੇ ਹਾਂ ਕਿ ਕੀ ਉਹਦੇ 'ਚ ਜਿਹੜਾ ਕਾਪਰ ਸਲਫੇਟ ਨੂੰ ਕੀ ਹੋਇਆ, ਇਹ 'ਚ ਜਿਹੜਾ 20 ml ਇਹਦੇ 'ਚ ਸੀਗਾ, 20 ml ਇਹਦੇ ਵਿੱਚ ਸੀਗਾ। ਇਹਨੂੰ ਤਾਂ ਆਪਾਂ ਕੁਛ ਨਹੀਂ ਕੀਤਾ, ਇਹ ਟਿਊਬ ਇਹ ਸੀਗੀ, ਇਹ ਤੇ ਵੈਸੇ ਹੀ ਆਪਾਂ ਰੱਖੀ ਸੀਗੀ। ਆਹ 20 ਟਿਊਬ ਜਿਹਦੇ ਵਿੱਚ ਜਿਹੜਾ ਕਿ ਆਪਾਂ ਕਿੱਲ ਪਾਏ ਹੋਏ ਸੀਗੇ
ਉਹਦਾ ਰੰਗ ਕੀ ਹੋ ਗਿਆ, ਫੇਡ ਹੋ ਗਿਆ। ਆਪਾਂ ਦੇਖ ਸਕਦੇ ਹਾਂ ਕਿ ਰੰਗ ਬਿਲਕੁਲ ਜਿਹੜਾ ਕਿ ਲਾਈਟ ਹੋ ਚੁੱਕਾ। ਇਹ ਕਿਉਂ ਹੋਇਆ ਇਸ ਤਰ੍ਹਾਂ? ਆਪਾਂ ਇਸ ਤਰ੍ਹਾਂ ਕਿਉਂ ਮਤਲਬ ਕਿ ਇਹਦਾ ਕਲਰ ਚੇਂਜ ਹੋ ਗਿਆ? ਕਿਉਂਕਿ ਇੱਥੇ ਕੀ ਹੋਇਆ, ਕੈਮੀਕਲ ਰਿਐਕਸ਼ਨ ਹੋ ਗਿਆ। ਕੈਮੀਕਲ ਰਿਐਕਸ਼ਨ ਆਪਾਂ ਦੇਖਦੇ ਹਾਂ ਵੀ ਕਿਹੜਾ ਹੋਇਆ। ਹੁਣ Fe ਮਤਲਬ ਕਿ ਲੋਹਾ ਸੀਗਾ ਜਿਹੜਾ ਕਿਲ ਤੋਂ ਆਇਆ, ਤੇ ਲੋਹਾ ਜਿਹੜਾ ਕਿ ਉਹ ਕਾਪਰ ਸਲਫੇਟ ਜਿਹੜਾ ਸੋਲਿਊਸ਼ਨ ਜਿਹੜਾ ਸੀਗਾ ਉਹਦੇ ਨਾਲ ਰਿਐਕਟ ਕਰ ਗਿਆ। ਹੁਣ ਲੋਹੇ ਨੇ ਕੀ ਕੀਤਾ, ਜਿਹੜਾ Fe ਮਤਲਬ ਸੀਗਾ ਲੋਹਾ, ਇਹਨੂੰ ਆਪਾਂ Fe ਜਿਹੜਾ ਕਿ ਆ ਉਹ ਸ਼ਾਰਟ ਮਤਲਬ ਕਿ ਨੇਮ ਹੈਗਾ, ਸਿੰਬਲ ਹੈਗਾ ਲੋਹੇ ਦਾ। ਉਹ ਰਿਐਕਟ ਕੀਤਾ ਕਿਹਦੇ ਨਾਲ, ਕਾਪਰ ਸਲਫੇਟ ਨਾਲ। ਇਹਨੇ ਕੀ ਕੀਤਾ ਕਿ ਕਾਪਰ ਨੂੰ ਆਪਣੀ ਜਗ੍ਹਾ ਤੋਂ ਡਿਸਪਲੇਸ ਕਰ ਦਿੱਤਾ, ਯਾਨੀ ਕਿ ਲਾ ਦਿੱਤਾ, ਇਹਦੀ ਥਾਂ ਆਪ ਲੈ ਲਈ। ਹੁਣ ਇੱਥੇ ਫੈਰਸ ਸਲਫੇਟ ਸੋਲਿਊਸ਼ਨ ਬਣ ਗਿਆ ਤੇ ਕਾਪਰ ਨੂੰ ਕੀ ਕਰਤਾ, ਇਹਨੇ ਅਲੱਗ ਕਰ ਦਿੱਤਾ। ਪਤਾ ਲੱਗਿਆ ਨਾ? ਤਦ ਕਰਕੇ ਇਹਦਾ ਨਾਂ ਕੀ ਹੈ, ਡਿਸਪਲੇਸਮੈਂਟ ਰਿਐਕਸ਼ਨ ਆ। ਕਿ ਮਤਲਬ ਕੋਈ ਇਹੋ ਜਿਹਾ ਐਲੀਮੈਂਟ ਜਿਹੜਾ ਕਿ ਕਿਸੇ ਕੰਪਾਊਂਡ ਨਾਲ ਜਾ ਕੇ ਰਿਐਕਟ ਕੀਤਾ, ਉਹਨੂੰ ਉੱਥੋਂ ਜਿਹੜਾ ਕਿ ਲਾ ਦਿੱਤਾ ਐਲੀਮੈਂਟ ਨੂੰ, ਤੇ ਉਹਦੀ ਜਗ੍ਹਾ ਆਪ ਲੈ ਲਈ, ਤੇ ਆਪ ਲੈ ਕੇ ਤੇ ਕੀ ਬਣਾ ਦਿੱਤਾ, ਹੋਰ ਕੰਪਾਊਂਡ ਜਿਹੜਾ ਕਿ ਬਣਾ ਦਿੱਤਾ। ਜਿਸ ਤਰ੍ਹਾਂ ਇੱਥੇ ਕਾਪਰ ਸਲਫੇਟ ਸੀਗਾ ਤੇ ਲੋਹੇ ਨੇ ਰਿਐਕਟ ਕੀਤਾ ਤੇ ਜਾ ਕੇ ਜਿਹੜਾ ਕਿ ਆਇਰਨ ਸਲਫੇਟ ਜਿਹੜਾ ਕਿ ਬਣਾਤਾ ਤੇ ਕਾਪਰ ਨੂੰ ਜਿਹੜਾ ਕਿ ਅਲੱਗ ਕਰਤਾ। ਕਿਉਂ? ਕਿਉਂਕਿ ਕਾਪਰ ਜਿਹੜਾ ਕਿ ਆਇਰਨ ਦੇ ਮੁਕਾਬਲੇ ਘੱਟ ਰਿਐਕਟਿਵ ਹੁੰਦਾ। ਇਹ ਡਿਪੈਂਡ ਕਰਦਾ ਰਿਐਕਟਿਵਿਟੀ ਦੇ ਉੱਤੇ। ਹਰ ਇੱਕ ਚੀਜ਼ ਜਿਹੜਾ ਕਿ ਹਰ ਇੱਕ ਐਲੀਮੈਂਟ ਹੈ ਉਹਦੀ ਰਿਐਕਟਿਵਿਟੀ ਅਲੱਗ-ਅਲੱਗ ਹੁੰਦੀ ਹੈ। ਇਸ ਤਰ੍ਹਾਂ ਜਿਹੜਾ ਕਿ ਕਾਪਰ ਦੀ ਰਿਐਕਟਿਵਿਟੀ ਜਿਹੜਾ ਕਿ ਲੋਹੇ ਦੇ ਮੁਕਾਬਲੇ 'ਚ ਘੱਟ ਹੈ, ਇਸ ਕਰਕੇ ਕਾਪਰ ਜਿਹੜਾ ਕਿ ਉੱਥੋਂ ਨਿਕਲ ਗਿਆ, ਉਹਦੀ ਜਗ੍ਹਾ ਕਿੰਨੇ ਲੈ ਲਈ ਹੈ, ਆਇਰਨ ਨੇ ਲੈ ਲਈ। ਇਸ ਤਰ੍ਹਾਂ ਆਪਾਂ ਹੋਰ ਵੀ ਜਿਹੜਾ ਕਿ ਰਿਐਕਸ਼ਨ ਦੇਖਦੇ ਹਾਂ। ਚਲੋ ਦੇਖੀਏ ਕਿ ਕਿਹੜੇ ਹੋਰ ਰਿਐਕਸ਼ਨ ਨੇ। ਜਿਸ ਤਰ੍ਹਾਂ ਹੁਣ ਜ਼ਿੰਕ ਹੈ, ਜ਼ਿੰਕ ਜਿਹੜਾ ਕਿ ਕਾਪਰ ਸਲਫੇਟ ਨਾਲ ਰਿਐਕਟ ਕੀਤਾ, ਤੇ ਜ਼ਿੰਕ ਨੇ ਕੀ ਹੈ, ਰਿਐਕਟ ਕਰਕੇ ਕਾਪਰ ਨੂੰ ਆਪਣੀ ਜਗ੍ਹਾ ਤੋਂ ਉਤਾਰ ਦਿੱਤਾ, ਕਿਉਂਕਿ ਕਾਪਰ ਜਿਹੜਾ ਕਿ ਘੱਟ ਰਿਐਕਟਿਵ ਹੈ ਜ਼ਿੰਕ ਦੇ ਮੁਕਾਬਲੇ 'ਚ, ਤੇ ਜ਼ਿੰਕ ਸਲਫੇਟ ਜਿਹੜਾ ਕਿ ਬਣ ਗਿਆ, ਤੇ ਨਾਲ ਜਿਹੜਾ ਕਿ ਕਾਪਰ ਜਿਹੜਾ ਕਿ ਬਣ ਗਿਆ। ਆਪਾਂ ਇਹ ਗੱਲ ਜਿਹੜਾ ਕਿ ਬੜਾ ਧਿਆਨ ਨਾਲ ਦੇਖੀਏ ਇਹਦੇ ਵਿੱਚ ਕਿ ਇਹਦੇ 'ਚ ਜਿਹੜਾ ਰੰਗ ਲਾਈਟ ਹੋ ਗਿਆ ਨਾ, ਇਹ ਕਾਪਰ ਦੇ ਕਰਕੇ ਇਹਦਾ ਰੰਗ ਜਿਹੜਾ ਕਿ ਨੀਲਾ ਸੀਗਾ, ਤੇ ਇਹ ਜਿਹੜਾ ਕਿ ਲਾਈਟ ਹੋ ਗਿਆ ਨਾ ਬਿਲਕੁਲ, ਇਹ ਕਿਹਦੇ ਕਰਕੇ ਹੋ ਗਿਆ ਸਾਡੇ ਕੋਲ, ਕਿਉਂਕਿ ਇੱਥੇ ਹੁਣ ਕਾਪਰ ਸਲਫੇਟ ਨਹੀਂ ਹੈਗਾ, ਇੱਥੇ ਕਿਹੜਾ ਹੈਗਾ, ਆਇਰਨ ਜਿਹੜਾ ਕਿ ਸਲਫੇਟ ਸੀਗਾ। ਤੇ ਜਿਹੜਾ ਕਾਪਰ ਸੀਗਾ ਨਾ ਹੌਲੀ ਹੌਲੀ ਕਿੱਥੇ ਬੈਠ ਗਿਆ, ਇੱਥੇ ਜਿਹੜਾ ਕਿ ਥੱਲੇ ਜਿਹੜਾ ਕਿ ਉਹ ਬੈਠ ਜਾਏਗਾ। ਇਸ ਤਰ੍ਹਾਂ ਦਾ ਇਹ ਰਿਐਕਸ਼ਨ ਸੀਗਾ। ਹੁਣ ਆਪਾਂ ਇਹਦੀ ਵੀ ਗੱਲ ਕਰ ਚੁੱਕੇ ਹਾਂ ਕਿ ਜ਼ਿੰਕ ਜਿਹੜਾ ਕਿ ਕਾਪਰ ਸਲਫੇਟ ਨਾਲ ਕਿਸ ਤਰ੍ਹਾਂ ਰਿਐਕਸ਼ਨ ਕਰਦਾ ਹੈ, ਤੇ ਜਿਹੜਾ ਕਿ ਮਤਲਬ ਕਿ ਜ਼ਿੰਕ ਸਲਫੇਟ ਬਣ ਜਾਂਦਾ ਹੈ ਤੇ ਨਾਲ ਕਾਪਰ ਬਣਦਾ ਹੈ। ਇਸ ਤਰ੍ਹਾਂ ਹੀ ਆਪਾਂ ਜਿਹੜਾ ਕਿ ਦੇਖਦੇ ਹਾਂ ਕਿ ਲੈਡ ਜਿਹੜਾ ਕਿ ਉਹ ਵੀ ਕਾਪਰ ਦੇ ਮੁਕਾਬਲੇ ਜ਼ਿਆਦਾ ਰਿਐਕਟਿਵ ਹੈ, ਤੇ ਇਹ ਜਿਹੜਾ ਕਿ ਲੈਡ ਹੈ ਇਹ ਕਾਪਰ ਕਲੋਰਾਈਡ ਦੇ ਨਾਲ ਰਿਐਕਟ ਕੀਤਾ, ਲੈਡ ਕਲੋਰਾਈਡ ਬਣ ਗਿਆ, ਤੇ ਨਾਲ ਜਿਹੜਾ ਕਿ ਕਾਪਰ ਬਣ ਗਿਆ। ਸੋ ਇਸ ਤਰ੍ਹਾਂ ਜਿਹੜਾ ਕਿ ਅਸੀਂ ਦੇਖਦੇ ਹਾਂ ਕਿ ਹਰ ਇੱਕ ਦੇ ਵਿੱਚ, ਹਰ ਇੱਕ ਇਹਨਾਂ ਤਿੰਨਾਂ ਰਿਐਕਸ਼ਨ ਦੇ ਵਿੱਚ ਦੇਖਿਆ ਕਿ ਮਤਲਬ ਕਿ ਕਾਪਰ ਜਿਹੜਾ ਕਿ ਉਹ ਘੱਟ ਰਿਐਕਟਿਵ ਹੋਣ ਕਰਕੇ ਇਹਨਾਂ ਨੇ ਡਿਸਪਲੇਸ ਕਰ ਦਿੱਤਾ। ਆਇਰਨ ਨੇ ਵੀ ਉਹਨੂੰ ਡਿਸਪਲੇਸ ਕਰਤਾ, ਜ਼ਿੰਕ ਨੇ ਵੀ ਕਰਤਾ, ਲੈਡ ਨੇ ਵੀ ਕਰਤਾ, ਤੇ ਉਹਨਾਂ ਦੀ ਜਗ੍ਹਾ ਆਪ ਲੈ ਲਈ। ਤੇ ਇਸ ਜਿਹੇ ਰਿਐਕਸ਼ਨਸ ਜਿਹੜੇ ਹੁੰਦੇ ਨੇ, ਮਤਲਬ ਕਿ ਕੈਮੀਕਲ ਰਿਐਕਸ਼ਨਸ ਹੁੰਦੇ ਨੇ, ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਆ, ਡਿਸਪਲੇਸਮੈਂਟ ਰਿਐਕਸ਼ਨ ਜਿਹੜਾ ਕਿ ਕਹਿ ਦਿੰਦੇ। ਪਤਾ ਲੱਗ ਗਿਆ ਨਾ ਡਿਸਪਲੇਸਮੈਂਟ ਰਿਐਕਸ਼ਨ ਕੀ ਹੁੰਦਾ ਹੈ। ਪਰ ਇਹ ਸਿੰਗਲ ਡਿਸਪਲੇਸਮੈਂਟ ਸੀਗਾ, ਯਾਨੀ ਕਿ ਇੱਕੋ ਚੀਜ਼ ਜਿਹੜਾ ਕਿ ਗਈ ਉਹਨੂੰ ਜਾ ਕੇ ਇੱਕ ਚੀਜ਼ ਨੂੰ ਉਤਾਰ ਦਿੱਤਾ ਤੇ ਜਿਹੜਾ ਕਿ ਡਿਸਪਲੇਸਮੈਂਟ ਹੋ ਗਈ। ਕਈ ਵਾਰੀ ਕੀ ਹੁੰਦਾ ਕਿ ਡਬਲ ਡਿਸਪਲੇਸਮੈਂਟ ਵੀ ਹੋ ਜਾਂਦੀ ਹੈ। ਤਾਂ ਇਹੋ ਜਿਹੇ ਰਿਐਕਸ਼ਨਸ ਨੂੰ ਆਪਾਂ ਕੀ ਕਵਾਂਗੇ, ਡਬਲ ਡਿਸਪਲੇਸਮੈਂਟ ਰਿਐਕਸ਼ਨ। ਚਲੋ ਹੁਣ ਡਬਲ ਡਿਸਪਲੇਸਮੈਂਟ ਰਿਐਕਸ਼ਨ ਨੂੰ ਜਿਹੜਾ ਕਿ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਚਲੋ ਦੇਖਦੇ ਹਾਂ ਇਹ ਕੀ ਹੈ। ਆਪਾਂ ਕੀ ਕੀਤਾ ਕਿ ਸੋਡੀਅਮ ਸਲਫੇਟ ਸੋਲਿਊਸ਼ਨ ਜਿਹੜਾ ਕਿ ਲਿਆ, ਉਹ 3 ml ਜਿਹੜਾ ਕਿ ਲਿਆ, ਉਹ ਕੀ ਸੀਗਾ ਸਾਡੇ ਕੋਲ, ਸੋਡੀਅਮ ਸਲਫੇਟ ਜਿਹੜਾ ਕਿ ਸੋਲਿਊਸ਼ਨ ਆ, ਸੋਡੀਅਮ ਸਲਫੇਟ ਸੋਲਿਊਸ਼ਨ ਆ। ਇੱਕ ਹੋਰ ਜਿਹੜਾ ਕਿ ਟੈਸਟ ਟਿਊਬ ਆ ਜਿਹੜਾ ਹੱਥ 'ਚ ਪਕੜੀ ਹੋਈ ਹੈ, ਇਹਦੇ 'ਚ ਕੀ ਲਿਆ ਆਪਾਂ, 3 ml ਜਿਹੜਾ ਕਿ ਬੇਰੀਅਮ ਕਲੋਰਾਈਡ ਸੋਲਿਊਸ਼ਨ ਲਿਆ। ਇਹ ਬੇਰੀਅਮ ਕਲੋਰਾਈਡ ਸੋਲਿਊਸ਼ਨ ਹੈ, ਇਹ ਕੀ ਹੈ, ਸੋਡੀਅਮ ਸਲਫੇਟ ਸੋਲਿਊਸ਼ਨ ਹੈ। ਹੁਣ ਦੋਨਾਂ ਸੋਲਿਊਸ਼ਨਸ ਨੂੰ ਆਪਾਂ, ਯਾਨੀ ਕਿ ਸੋਡੀਅਮ ਸਲਫੇਟ ਸੋਲਿਊਸ਼ਨ ਤੇ ਬੇਰੀਅਮ ਕਲੋਰਾਈਡ ਸੋਲਿਊਸ਼ਨ, ਇਹਨਾਂ ਦੋਨਾਂ ਨੂੰ ਆਪਾਂ ਕੀ ਕਰ ਦਿੱਤਾ, ਮਿਕਸ ਕਰ ਦਿੱਤਾ। ਦੇਖੋ ਜਿਸ ਤਰ੍ਹਾਂ ਜਿਹੜਾ ਕਿ ਥੱਲੇ ਸੀਗਾ ਬੇਰੀਅਮ ਕਲੋਰਾਈਡ ਸੋਲਿਊਸ਼ਨ ਹੈ, ਇਹਦੇ 'ਚ ਆਪਾਂ ਕੀ ਪਾ ਰਹੇ ਹਾਂ, ਸੋਡੀਅਮ ਸਲਫੇਟ ਸੋਲਿਊਸ਼ਨ ਹੌਲੀ ਹੌਲੀ ਵਿੱਚ ਪਾਇਆ ਜਾ ਰਿਹਾ। ਤੇ ਜਦੋਂ ਅਸੀਂ ਜਿਹੜਾ ਕਿ ਤੇ ਕੀ ਮਤਲਬ ਕਿ ਉੱਥੇ ਜਿਹੜਾ ਕਿ ਬਣੇਗਾ ਕੀ, ਉੱਥੇ ਪਤਾ ਕੀ ਬਣੇਗਾ ਕਿ ਜਿਸ ਤਰ੍ਹਾਂ ਹੀ ਜਿਹੜਾ ਕਿ ਦੋਨਾਂ ਨੂੰ ਮਿਲਾਇਆ ਜਾਵੇਗਾ ਤੇ ਇੱਕ ਰਿਐਕਸ਼ਨ ਹੋਵੇਗਾ। ਕੀ ਹੋਏਗਾ ਕਿ ਬੇਰੀਅਮ ਜਿਹੜਾ ਕਿ ਉਹ ਇੱਥੋਂ ਡਿਸਪਲੇਸ ਹੋ ਕੇ ਸਲਫੇਟ ਦੇ ਨਾਲ ਜਾ ਲੱਗੇਗਾ, ਔਰ ਸੋਡੀਅਮ ਜਿਹੜਾ ਕਿ ਇੱਥੋਂ ਡਿਸਪਲੇਸ ਹੋ ਕੇ ਤੇ ਕਿਹਦੇ ਨਾਲ ਜਾ ਲੱਗੇਗਾ, ਕਲੋਰੀਨ ਦੇ ਨਾਲ। ਯਾਨੀ ਕਿ ਸੋਡੀਅਮ ਸਲਫੇਟ ਤੇ ਬੇਰੀਅਮ ਕਲੋਰਾਈਡ ਜਦੋਂ ਰਿਐਕਟ ਕੀਤੇ ਤੇ ਸੋਡੀਅਮ ਦੇ ਨਾਲ ਜਿਹੜਾ ਕਿ ਸਲਫੇਟ ਸੀਗਾ ਉਹ ਅਲੱਗ-ਅਲੱਗ ਹੋ ਗਏ, ਔਰ ਸੋਡੀਅਮ ਜਾ ਕੇ Na ਹੁੰਦਾ ਸੋਡੀਅਮ ਜਾ ਕੇ ਕਿਹਦੇ ਨਾਲ ਜਿਹੜਾ ਕਿ ਲੱਗ ਗਿਆ, ਕਲੋਰੀਨ ਦੇ ਨਾਲ। BaCl ਦੇ ਆੜਾ ਕਲੋਰੀਨ ਸੀਗਾ,
सोडियम ते क्लोरीन आपस ਦੇ ਵਿੱਚ ਮਿਲ ਗਏ ਔਰ ਜਿਹੜਾ ਕਿ ਬੇਰੀਅਮ ਸੀਗਾ ਉਹ ਇਹਦੇ ਜਿਹੜਾ ਕਿ ਸੋਡੀਅਮ ਸਲਫੇਟ ਦੇ ਸਲਫੇਟ ਨਾਲ ਜਾ ਮਿਲਿਆ ਔਰ ਬੇਰੀਅਮ ਔਰ ਸਲਫੇਟ ਜਿਹੜਾ ਕਿ ਆ ਉਹ ਬੇਰੀਅਮ ਸਲਫੇਟ ਬਣਾਤਾ। ਹੁਣ Ba ਬੇਰੀਅਮ ਹੁੰਦਾ ਹੈ, Cl ਕਲੋਰੀਨ ਹੁੰਦਾ ਹੈ, SO4 ਜਿਹੜਾ ਕਿ ਸਲਫੇਟ ਹੁੰਦਾ ਤੇ Na ਜਿਹੜਾ ਕਿ ਹੁੰਦਾ ਉਹ ਸੋਡੀਅਮ ਹੁੰਦਾ। ਇਹ ਸਾਨੂੰ ਆਲਰੇਡੀ ਪਤਾ ਹੈ। ਸੋ ਇਸ ਤਰ੍ਹਾਂ ਜਿਹੜਾ ਕਿ ਦੇਖੀਏ ਕਿ ਡਬਲ ਡਿਸਪਲੇਸਮੈਂਟ ਹੋਈ ਹੈ। ਡਬਲ ਡਿਸਪਲੇਸਮੈਂਟ ਮਤਲਬ ਕੀ ਹੈ ਕਿ ਇੱਥੇ ਬੇਰੀਅਮ ਨੇ ਇੱਥੇ ਸੋਡੀਅਮ ਨੂੰ ਡਿਸਪਲੇਸ ਕਰ ਦਿੱਤਾ ਔਰ ਸੋਡੀਅਮ ਨੇ ਇੱਥੇ ਬੇਰੀਅਮ ਨੂੰ ਡਿਸਪਲੇਸ ਕਰ ਦਿੱਤਾ। ਇਹਦਾ ਮਤਲਬ ਇੱਥੇ ਡਬਲ ਡਿਸਪਲੇਸਮੈਂਟ ਹੋਈ ਹੈ, ਇਸੇ ਕਰਕੇ ਇਹਦਾ ਨਾਂ ਕੀ ਹੈ, ਡਬਲ ਡਿਸਪਲੇਸਮੈਂਟ ਰਿਐਕਸ਼ਨ ਹੈ। ਹੁਣ ਇਸ ਰਿਐਕਸ਼ਨ 'ਚ ਹੁੰਦਾ ਕੀ ਹੈ, ਇੱਥੇ ਜਿਹੜਾ ਕਿ ਪ੍ਰੈਸੀਪਿਟੇਟ ਜਿਹੜਾ ਕਿ ਬਣ ਜਾਂਦੇ ਨੇ, ਪ੍ਰੈਸੀਪਿਟੇਟਸ ਬਣ ਕੇ ਜਿਸ ਤਰ੍ਹਾਂ ਫੁੱਟੀਆਂ ਫੁੱਟੀਆਂ ਜਾਂਦੀਆਂ ਉਹ ਬਣ ਕੇ ਥੱਲੇ ਬੈਠ ਜਾਂਦੀਆਂ ਨੇ। ਇਹਨੂੰ ਆਪਾਂ ਬੇਰੀਅਮ ਸਲਫੇਟ ਜਿਹੜਾ ਕਿ ਉਹ ਕਹਿ ਦਿੰਦੇ ਜਿਹੜਾ ਕਿ ਇਸ ਨਾਲ ਇਹਨੂੰ ਇੱਕ ਹੋਰ ਚੀਜ਼ ਹੈਗੀ ਹੈ ਕਿ ਇਹਨੂੰ ਆਪਾਂ ਕੀ ਕਹਿ ਸਕਦੇ ਹਾਂ ਕਿ ਪ੍ਰੈਸੀਪਿਟੇਸ਼ਨ ਰਿਐਕਸ਼ਨ ਵੀ ਕਹਿ ਦਿੰਦੇ। ਪ੍ਰੈਸੀਪਿਟੇਸ਼ਨ ਰਿਐਕਸ਼ਨ ਇਸ ਕਰਕੇ ਕਿਉਂਕਿ ਇਹ 'ਚ ਪ੍ਰੈਸੀਪਿਟੇਟਸ ਬਣ ਰਹੇ, ਸਾਰੇ ਰਿਐਕਸ਼ਨਸ 'ਚ ਤਾਂ ਪ੍ਰੈਸੀਪਿਟੇਟਸ ਨਹੀਂ ਬਣਦੇ, ਜਿਨ੍ਹਾਂ ਦੇ ਵਿੱਚ ਇਹ ਬਣਦੇ ਨੇ ਉਹਨਾਂ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਪ੍ਰੈਸੀਪਿਟੇਸ਼ਨ ਰਿਐਕਸ਼ਨ ਜਿਹੜਾ ਕਿ ਕਹਿ ਦਿੰਦੇ। ਹੁਣ ਇਹ ਕੀ ਹੈ, ਸੋਡੀਅਮ ਕਲੋਰਾਈਡ ਹੈ, ਸੋਡੀਅਮ ਕਲੋਰਾਈਡ ਆਮ ਜਿਹੜਾ ਖਾਣ ਵਾਲਾ ਨਮਕ ਹੁੰਦਾ ਹੈ ਉਹ ਹੁੰਦਾ, ਉਹਦਾ ਜਿਹੜਾ ਕਿ ਕੈਮੀਕਲ ਨੇਮ ਹੈ ਸੋਡੀਅਮ ਕਲੋਰਾਈਡ। ਇਹ ਜਿਹੜਾ ਪਾਣੀ ਦੇ ਵਿੱਚ ਘੁਲਿਆ ਉੱਥੇ ਹੀ ਰਹਿ ਜਾਂਦਾ, ਇਹਦੇ ਜਿਹੜਾ ਕਿ ਪ੍ਰੈਸੀਪਿਟੇਟ ਬਣ ਕੇ ਥੱਲੇ ਬੈਠ ਜਾਂਦੇ ਨੇ। ਸੋ ਇਹ ਸੀਗਾ ਸਾਡੇ ਕੋਲ ਕਿ ਰਿਐਕਸ਼ਨ ਕੀ ਹੋਇਆ ਇੱਥੇ। ਇਸ ਤਰ੍ਹਾਂ ਜਿਹੜਾ ਕਿ ਆਪਾਂ ਜਦੋਂ ਫਸਟ ਲੈਕਚਰ ਸੀਗਾ ਉਹਦੇ 'ਚ ਆਪਾਂ ਕੀ ਦੇਖਿਆ ਸੀਗਾ ਕਿ ਉਹਦੇ ਵਿੱਚ ਵੀ ਜਿਹੜਾ ਕਿ ਇਸ ਤਰ੍ਹਾਂ ਜਿਹੜਾ ਕਿ ਫਾਰਮੇਸ਼ਨ ਹੋਈ ਸੀਗੀ। ਉੱਥੇ ਆਪਾਂ ਕੀ ਹੈ, ਲੈਡ ਨਾਈਟ੍ਰੇਟ ਜਿਹੜਾ ਤੇ ਪੋਟਾਸ਼ੀਅਮ ਆਇਓਡੇਟ ਦਾ ਜਿਹੜਾ ਕਿ ਆਪਾਂ ਕੀ ਕੀਤਾ ਸੀਗਾ, ਉਹਨਾਂ ਦਾ ਰਿਐਕਸ਼ਨ ਆਪਸ ਦੇ ਵਿੱਚ ਕਰਵਾਇਆ ਸੀਗਾ। ਠੀਕ ਹੈ ਨਾ, ਉਹ ਵੀ ਆਪਾਂ ਜਿਹੜਾ ਕਿ ਉੱਥੇ ਦੇਖਿਆ ਸੀਗਾ। ਆਪਾਂ ਗੱਲ ਕਰ ਰਹੇ ਸੀਗੇ ਕਿ ਹੁਣ ਇਹ ਤੇ ਸੀਗਾ ਸਾਡੇ ਕੋਲ ਇਸ ਬਾਰੇ ਦੇ ਵਿੱਚ ਵੇਅਰ ਯੂ ਹੈਵ ਮਤਲਬ ਕਿ ਆਪਾਂ ਮਿਕਸ ਕਰਦੇ ਹਾਂ ਕਿ ਲੈਡ ਨਾਈਟ੍ਰੇਟ ਤੇ ਪੋਟਾਸ਼ੀਅਮ ਆਇਓਡਾਈਡ ਜਿਹੜਾ ਕਿ ਆ ਉਹਨੂੰ ਆਪਾਂ ਨੇ ਮਿਕਸ ਕੀਤਾ। ਜਿਹੜਾ ਕਿ ਜਦੋਂ ਮਿਕਸ ਕਰਦੇ ਆ ਤਾਂ ਉੱਥੇ ਜਿਹੜਾ ਕਿ ਆ ਇਹ ਡਬਲ ਡਿਸਪਲੇਸਮੈਂਟ ਜਿਹੜਾ ਕਿ ਆ ਰਿਐਕਸ਼ਨ ਹੁੰਦਾ। ਜਿਹੜਾ ਕਿ ਲੈਡ ਨਾਈਟ੍ਰੇਟ ਤੇ ਪੋਟਾਸ਼ੀਅਮ ਆਇਓਡਾਈਡ ਮਤਲਬ ਜਿਹੜਾ ਕਿ ਆ ਉਹਨਾਂ ਨੂੰ ਆਪਾਂ ਜਿਹੜਾ ਕਿ ਆ ਤਾਂ ਉੱਥੇ ਕੀ ਬਣ ਜਾਂਦਾ, ਲੈਡ ਆਇਓਡਾਈਡ ਜਿਹੜਾ ਕਿ ਬਣ ਜਾਂਦਾ ਤੇ ਪੋਟਾਸ਼ੀਅਮ ਨਾਈਟ੍ਰੇਟ ਜਿਹੜਾ ਕਿ ਬਣ ਜਾਂਦਾ ਹੈ। ਠੀਕ ਹੈ, ਲੈਡ ਆਇਓਡਾਈਡ ਜਿਹੜਾ ਕਿ ਪੀਲੇ ਜਿਹੇ ਰੰਗ ਦਾ ਹੁੰਦਾ ਉਹ ਬਣ ਜਾਂਦਾ ਤੇ ਨਾਲ ਕੀ ਬਣ ਜਾਂਦਾ ਸਾਡੇ ਕੋਲ ਦੂਸਰੀ ਚੀਜ਼ ਜਿਹੜੀ ਕਿ ਬਣ ਜਾਂਦੀ ਹੈ ਉਹ ਹੁੰਦੀ ਹੈ ਪੋਟਾਸ਼ੀਅਮ ਨਾਈਟ੍ਰੇਟ। ਇਹ ਡਬਲ ਡਿਸਪਲੇਸਮੈਂਟ ਰਿਐਕਸ਼ਨ ਹੈ। ਇਹਦੇ ਬਾਰੇ ਜਿਹੜਾ ਕਿ ਅਸੀਂ ਜਿਹੜਾ ਕਿ ਪਿੱਛੇ ਪਹਿਲੇ ਲੈਕਚਰ 'ਚ ਪਹਿਲਾਂ ਡਿਸਕਸ ਕਰ ਚੁੱਕੇ ਹਾਂ ਤੇ ਬਾਕੀ ਡਿਟੇਲ ਜਿਹੜਾ ਕਿ ਉਹ ਨੈਟ ਦੇ ਉੱਤੇ ਲਈ ਜਾ ਸਕਦੀ ਹੈ। ਹੁਣ ਅਗਲੀ ਗੱਲ ਜਿਹੜਾ ਕਿ ਆ ਜਾਂਦੀ ਹੈ ਉਹ ਸਾਡੇ ਕੋਲ ਆ ਜਾਂਦਾ ਕਿ ਆਕਸੀਡੇਸ਼ਨ ਤੇ ਰਿਡਕਸ਼ਨ ਕੀ ਹੁੰਦਾ। ਹੁਣ ਇੱਥੋਂ ਤੱਕ ਤੇ ਆਪਾਂ ਜਿਹੜਾ ਕਿ ਟਾਈਪਸ ਜਿਹੜਾ ਕਿ ਦੇਖ ਲਈਆਂ ਸੀਗੀਆਂ ਆਕਸੀਡੇਸ਼ਨ ਰਿਐਕਸ਼ਨ ਤੇ ਰਿਡਕਸ਼ਨ ਰਿਐਕਸ਼ਨ ਨੂੰ ਜਿਹੜਾ ਕਿ ਆਪਾਂ ਦੇਖੀਏ। ਆਕਸੀਡੇਸ਼ਨ ਕੀ ਹੁੰਦਾ? ਆਕਸੀਡੇਸ਼ਨ ਦਾ ਮਤਲਬ ਹੁੰਦਾ ਕਿ ਆਕਸੀਜਨ ਦਾ ਕਿਸੇ ਜਿਹੜਾ ਕਿ ਐਲੀਮੈਂਟ ਦੇ ਨਾਲ ਰਿਐਕਟ ਕਰਕੇ ਉਹਦੇ ਨਾਲ ਜਾ ਲੱਗਣਾ, ਉਹਨੂੰ ਆਪਾਂ ਕੀ ਕਹਿੰਦੇ ਆ, ਆਕਸੀਡੇਸ਼ਨ। ਤੇ ਆਕਸੀਡੇ ਮਤਲਬ ਕਿ ਆਕਸੀਜਨ ਦਾ ਉਹਦੇ ਨਾਲੋਂ ਲੱਥ ਜਾਣਾ, ਉਹਨੂੰ ਆਪਾਂ ਕੀ ਕਹਿੰਦੇ ਆ, ਰਿਡਕਸ਼ਨ। ਠੀਕ ਹੈ ਨਾ, ਮਤਲਬ ਕਿ ਆਕਸੀਜਨ ਦਾ ਕਿਸੇ ਚੀਜ਼ ਨਾਲ ਜਾ ਲੱਗਣਾ ਉਹਨੂੰ ਆਪਾਂ ਕੀ ਕਹਿੰਦੇ ਆ, ਆਕਸੀਡੇਸ਼ਨ। ਤੇ ਜਿਹੜਾ ਉਹਦੇ ਨਾਲੋਂ ਲੱਥ ਜਾਣਾ ਉਹਨੂੰ ਕਹਿੰਦੇ ਆ ਰਿਡਕਸ਼ਨ। ਇਸੇ ਤਰ੍ਹਾਂ ਜਿਹੜਾ ਕਿ ਹਾਈਡਰੋਜਨ ਦਾ ਕਿਸੇ ਚੀਜ਼ ਨਾਲੋਂ ਲੱਥ ਜਾਣਾ ਉਹ ਆਕਸੀਡੇਸ਼ਨ ਹੁੰਦਾ ਹੈ। ਤੇ ਜਿਹੜਾ ਕਿ ਮਤਲਬ ਕਿ ਕਿਸੇ ਚੀਜ਼ ਦਾ ਜਿਹੜਾ ਕਿ ਹਾਈਡਰੋਜਨ ਦਾ ਕਿਸੇ ਚੀਜ਼ ਨਾਲ ਜਾ ਕੇ ਲੱਗ ਜਾਣਾ ਉਹਨੂੰ ਆਪਾਂ ਕੀ ਕਹਿੰਦੇ ਆ, ਰਿਡਕਸ਼ਨ ਕਹਿੰਦੇ। ਯਾਨੀ ਕਿ ਉਲਟਾ ਹੁੰਦਾ ਜਿਹੜਾ ਕਿ ਆਕਸੀਜਨ ਦਾ। ਚਲੋ ਆਕਸੀਜਨ ਦੀ ਆਪਾਂ ਇੱਥੇ ਗੱਲ ਕਰਦੇ ਹਾਂ। ਹੁਣ ਕਾਪਰ ਆ ਤੇ ਇੱਥੇ ਆਕਸੀਜਨ ਆ। ਕਾਪਰ ਜਿਹੜਾ ਕਿ ਆਕਸੀਜਨ ਦੇ ਨਾਲ ਜਦੋਂ ਰਿਐਕਟ ਕਰਦਾ ਹੈ ਨਾ ਤੇ ਜਿਹੜਾ ਕਿ ਕਾਪਰ ਟੂ ਆਕਸਾਈਡ ਯਾਨੀ ਕਿ ਇਹਦਾ ਨਾਂ ਹੈ ਜਿਹੜਾ ਕਿ ਕਾਲੇ ਜਿਹੇ ਰੰਗ ਦਾ ਜਿਹੜਾ ਕਿ ਇਹ ਪਾਊਡਰ ਜਿਹੜਾ ਕਿ ਬਣ ਜਾਂਦਾ। ਆਪਾਂ ਇੱਥੇ ਕੀ ਕੀਤਾ, ਇਹਨੂੰ ਹੀਟ ਕੀਤਾ ਬਰਨਰ ਦੇ ਨਾਲ। ਇੱਥੇ ਜਿਹੜਾ ਕਿ ਮੈਸ਼ ਜਿਹੜਾ ਕਿ ਰੱਖਿਆ ਸਟੈਂਡ ਹੈ, ਸਟੈਂਡ ਦੇ ਉੱਤੇ ਜਿਹੜਾ ਕਿ ਮੈਸ਼ ਜਾਲੀ ਜੀ ਰੱਖੀ ਹੋਈ ਹੈ। ਜਾਲੀ ਜਿਹਨੂੰ ਵਾਇਰ ਗੇਜ ਜਿਹੜਾ ਕਿ ਕਿਹਾ ਜਾਂਦਾ ਹੈ, ਟਰਾਈਪੋਡ ਹੈ ਮਤਲਬ ਕਿ ਤਿੰਨਾਂ ਲੱਤਾਂ ਵਾਲਾ ਸਟੈਂਡ ਆ। ਬਰਨਰ ਜਿਹੜਾ ਕਿ ਰੱਖਿਆ ਹੋਇਆ ਤੇ ਕੀ ਹੈਗਾ ਸਾਡੇ ਕੋਲ ਚਾਈਨਾ ਡਿਸ਼ ਯਾਨੀ ਕਿ ਕੱਚ ਦੀ ਜੀ ਕਟੋਰੀ ਜੀ ਹੁੰਦੀ ਹੈ, ਇਹਨੂੰ ਚਾਈਨਾ ਡਿਸ਼ ਕਹਿੰਦੇ ਆ। ਇਹਦੇ 'ਚ ਆਪਾਂ ਕੀ ਪਾਇਆ, ਕਾਪਰ ਦਾ ਪਾਊਡਰ ਪਾਇਆ ਤੇ ਇਹਨੂੰ ਆਪਾਂ ਕੀ ਕਰਨਾ ਸ਼ੁਰੂ ਕਰ ਦਿੱਤਾ, ਗਰਮ ਕਰਨਾ ਸ਼ੁਰੂ ਕੀਤਾ। ਜਿਸ ਤਰ੍ਹਾਂ ਹੀ ਕਾਪਰ ਦੇ ਜਿਹੜਾ ਕਿ ਇਹਨੂੰ ਗਰਮ ਕਰਦੇ ਆ ਨਾ ਤੇ ਗਰਮ ਕਰਦਿਆਂ ਕੀ ਹੁੰਦਾ ਸਾਡੇ ਕੋਲ ਇਹ 1 ਗ੍ਰਾਮ ਅਮਾਊਂਟ ਦੇ ਵਿੱਚ ਹੈਗਾ। ਇਹਨੂੰ ਗਰਮ ਕੀਤਾ ਤੇ ਗਰਮ ਕੀਤਾ ਜਿਹੜਾ ਥੋੜਾ ਜਿਹਾ ਨਾ ਕਾਲਾ ਜਿਹਾ ਜਿਹੜਾ ਕਿ ਪੈ ਜਾਂਦਾ, ਬਿਕਮਸ ਕੋਟਡ ਵਿਦ
ਬਲੈਕ ਕਾਪਰ ਆਕਸਾਈਡ, ਯਾਨੀ ਕਿ ਇਹ ਕੀ ਆ, ਕਿਉਂਕਿ ਥੱਲੇ ਤੇ ਜਿਹੜਾ ਕਿ ਉਹ ਨਹੀਂ ਸੀ ਹੈਗਾ, ਜਿਹੜਾ ਉੱਪਰ ਦੀ ਲੇਅਰ ਉਹਦੇ ਤੇ ਕੀ ਸੀਗਾ ਸਾਡੇ ਕੋਲ, ਉਹਦੇ ਵਿੱਚ ਕੀ ਹੋਇਆ ਕਿ ਉੱਪਰ ਆਕਸੀਜਨ ਸੀਗੀ, ਆਕਸੀਜਨ ਨੇ ਇਹਦੇ ਨਾਲ ਜਿਹੜਾ ਕਿ ਰਿਐਕਟ ਕਰ ਦਿੱਤਾ ਤੇ ਆਕਸੀਜਨ ਨਾਲ ਰਿਐਕਸ਼ਨ ਕਰਕੇ ਜਿਹੜਾ ਕੀ ਹੋ ਗਿਆ ਸਾਡੇ ਕੋਲ ਕਾਪਰ ਆਕਸਾਈਡ ਬਣ ਗਿਆ। ਇਹਨੂੰ ਕਾਪਰ ਟੂ ਆਕਸਾਈਡ ਵੀ ਕਹਿੰਦੇ ਆ, ਕੈਮੀਕਲ ਨੇਮ ਜਿਹੜਾ। ਹੁਣ ਇਹ ਕੀ ਹੋਇਆ ਕੀ ਆ ਕਿ ਰਿਐਕਸ਼ਨ ਹੋਇਆ ਕਾਪਰ ਦਾ ਤੇ ਆਕਸੀਜਨ ਦਾ। ਇਹੋ ਜਿਹੇ ਰਿਐਕਸ਼ਨ ਨੂੰ ਆਪਾਂ ਕੀ ਕਹਿੰਦੇ ਆ, ਆਕਸੀਡੇਸ਼ਨ ਰਿਐਕਸ਼ਨ ਕਹਿੰਦੇ ਆ। ਆਕਸੀਡੇਸ਼ਨ ਕਿਉਂ, ਕਿਉਂਕਿ ਆਕਸੀਜਨ ਇਹਦੇ ਨਾਲ ਜਾ ਕੇ ਲੱਗ ਗਈ ਹੈ। ਜਦੋਂ ਆਕਸੀਜਨ ਲੱਗ ਗਈ ਤੇ ਇਹੋ ਜਿਹੇ ਰਿਐਕਸ਼ਨ ਨੂੰ ਕੀ ਕਹਾਂਗੇ, ਆਕਸੀਡੇਸ਼ਨ ਰਿਐਕਸ਼ਨ ਆਪਾਂ ਕਹਿ ਦਿੰਦੇ ਆ। ਠੀਕ ਹੈ ਨਾ। ਹੁਣ ਇਹ ਬਲੈਕ ਕੋਟਿੰਗ ਜਿਹੜਾ ਕਿ ਇਹਦੇ ਉੱਤੇ ਹੋਈ ਸੀ, ਬਲੈਕ ਕੋਟਿੰਗ ਜਿਹੜਾ ਕਿ ਥੱਲੜੇ ਪਾਸੇ ਤਾਂ ਨਹੀਂ ਹੋ ਸਕਦੀ, ਕਿਉਂਕਿ ਉੱਪਰ ਹੀ ਹਵਾ ਸੀਗੀ, ਉੱਪਰਲੇ ਪਾਸੇ ਜਿਹੜਾ ਕਿ ਉਹਨੇ ਹੋਣਾ ਸੀਗਾ। ਇਸ ਤਰ੍ਹਾਂ ਦਾ ਜਿਹੜਾ ਕਿ ਚੀਜ਼ ਹੋ ਜਾਂਦੀ ਹੈ। ਤੇ ਹੁਣ ਜੇ ਕਿ ਇਹਨੂੰ ਰਿਐਕਸ਼ਨ ਨੂੰ ਕੀ ਕੀਤਾ ਜਾ ਸਕਦਾ, ਆਪਾਂ ਜਿਹੜਾ ਕਿ ਉਲਟਾ ਵੀ ਸਕਦੇ ਹਾਂ। ਕੀ ਆ ਕਿ ਕਾਪਰ ਆਕਸਾਈਡ ਨੂੰ ਜਿਹੜਾ ਕਿ ਹਾਈਡਰੋਜਨ ਜਿਹੜਾ ਕਿ ਆ ਉਹਦੇ ਨਾਲ ਰਿਐਕਟ ਕਰਾਈਏ। ਠੀਕ ਹੈ ਨਾ। ਤੇ ਉੱਥੇ ਕੀ ਹੈਗਾ ਸਾਡੇ ਕੋਲ ਇਸ ਤਰ੍ਹਾਂ ਦਾ ਜਿਹੜਾ ਕਿ ਇਹਨੂੰ ਆਪਾਂ ਕੀ ਕਿਹਾ ਕਿ ਕਾਪਰ ਬਣ ਜਾਂਦਾ ਤੇ ਨਾਲ ਕੀ ਬਣ ਜਾਂਦਾ ਸਾਡੇ ਕੋਲ ਵਾਟਰ ਜਿਹੜਾ ਕਿ ਆ ਉਹ ਬਣ ਜਾਂਦਾ। ਠੀਕ ਹੈ ਨਾ। ਇਸ ਤਰ੍ਹਾਂ ਜਿਹੜਾ ਕਿ ਮਤਲਬ ਕਿ ਇਹਨੂੰ ਆਪਾਂ ਰਿਵਰਸ ਰਿਐਕਸ਼ਨ ਜਿਹੜਾ ਕਿ ਉਹ ਵੀ ਕਹਿ ਸਕਦੇ। ਹੁਣ ਇਹਦੇ ਵਿੱਚ ਜਿਹੜਾ ਕਿ ਕੀ ਆ ਜਾਂਦਾ, ਇਹਦੇ ਵਿੱਚ ਜਿਹੜਾ ਕਿ ਕੀ ਹੋਇਆ ਸਾਡੇ ਕੋਲ, ਇਹਦੇ ਵਿੱਚ ਆਕਸੀਡਾਈਜ਼ਡ ਹੋ ਗਿਆ ਸੀਗਾ ਤੇ ਇਹਦੇ ਵਿੱਚ ਕੀ ਹੋ ਗਿਆ, ਕਾਪਰ ਰਿਡਿਊਸ ਜਿਹੜਾ ਕਿ ਹੋ ਗਿਆ। ਸੋ ਇਹ ਆਕਸੀਡੇਸ਼ਨ ਰਿਐਕਸ਼ਨ ਸੀਗਾ ਤੇ ਆ ਜਿਹੜਾ ਥੱਲੜੇ ਵਾਲਾ ਸੀਗਾ ਜਿਹਦੇ ਵਿੱਚ ਕਾਪਰ ਆਕਸਾਈਡ ਹਾਈਡਰੋਜਨ ਨਾਲ ਰਿਐਕਟ ਕਰਕੇ ਹਾਈਡਰੋਜਨ ਨੇ ਆਕਸੀਜਨ ਉਤਾਰ ਦਿੱਤਾ। ਇੱਥੇ ਕੀ ਹੈ, ਰਿਡਕਸ਼ਨ ਰਿਐਕਸ਼ਨ ਹੈ, ਕਿਉਂਕਿ ਇੱਥੇ ਕਾਪਰ ਦੇ ਰਿਡਿਊਸ ਹੋ ਕੇ ਫਿਰ ਕਾਪਰ ਆਕਸਾਈਡ ਜਿਹੜਾ ਕਿ ਰਿਡਿਊਸ ਹੋ ਕੇ ਕਾਪਰ ਬਣ ਗਿਆ। ਸੋ ਇਸ ਤਰ੍ਹਾਂ ਜਿਹੜਾ ਕਿ ਇਸ ਰਿਐਕਸ਼ਨ ਨੂੰ ਆਪਾਂ ਕਹਿ ਸਕਦੇ ਹਾਂ। ਅਗਲੀ ਚੀਜ਼ ਕੀ ਆ ਜਾਂਦੀ ਹੈ ਸਾਡੇ ਕੋਲ ਕਿ ਇਹ ਜਦੋਂ ਆਪਾਂ ਰਿਐਕਸ਼ਨ ਜਿਹੜਾ ਕਿ ਜਿਸ ਤਰ੍ਹਾਂ ਹੁਣ ਕਾਪਰ ਆਕਸਾਈਡ ਹੈ ਤੇ ਮਤਲਬ ਕੀ ਆ, ਮਤਲਬ ਹਾਈਡਰੋਜਨ ਹੈ, ਇਹਦੇ ਵਿੱਚ ਜਿਹੜਾ ਕਿ ਆਪਾਂ ਕੀ ਕਹਿ ਰਹੇ ਹਾਂ ਕਿ ਇਹ ਜਿਹੜਾ ਕਿ ਕਾਪਰ ਆਕਸਾਈਡ ਹੈ ਇਹਦੇ ਵਿੱਚੋਂ ਜਿਹੜਾ ਕਿ ਆਕਸੀਜਨ ਉਤਰ ਗਈ ਤੇ ਕਾਪਰ ਦੇ ਨਾਲ ਜਾ ਲੱਗੀ, ਕਾਪਰ ਇਕੱਲਾ ਹੋ ਗਿਆ ਸੌਰੀ। ਤੇ ਇਹ ਕੀ ਹੋ ਗਿਆ ਸਾਡੇ ਕੋਲ, ਰਿਡਕਸ਼ਨ ਰਿਐਕਸ਼ਨ ਹੈ, ਕਿਉਂਕਿ ਆਕਸੀਜਨ ਉਤਰ ਗਈ। ਕਿਹਾ ਸੀਗਾ ਨਾ ਕਿ ਜੇਕਰ ਆਕਸੀਜਨ ਜਾ ਕੇ ਲੱਗ ਜਾਵੇ ਤਾਂ ਆਕਸੀਡੇਸ਼ਨ ਰਿਐਕਸ਼ਨ, ਤੇ ਜੇ ਆਕਸੀਜਨ ਨਾਲੋਂ ਉਤਰ ਜਾਵੇ ਤਾਂ ਉਹਨੂੰ ਆਪਾਂ ਕੀ ਕਹਿੰਦੇ ਆ, ਰਿਡਕਸ਼ਨ ਰਿਐਕਸ਼ਨ। ਸੋ ਇਹਦੇ ਨਾਲੋਂ ਆਕਸੀਜਨ ਕਾਪਰ ਆਕਸਾਈਡ ਦੇ ਨਾਲੋਂ ਆਕਸੀਜਨ ਉਤਰ ਗਈ, ਇਹ ਰਿਡਕਸ਼ਨ ਰਿਐਕਸ਼ਨ ਹੋ ਗਿਆ। ਲੇਕਿਨ ਦੂਜੇ ਪਾਸੇ ਜੇਕਰ ਦੇਖੀਏ ਤੇ ਹਾਈਡਰੋਜਨ ਜਿਹੜਾ ਕਿ ਆ ਉਹ ਕਿਹਦੇ ਨਾਲ ਲੱਗ ਗਈ ਆ, ਆਕਸੀਜਨ ਨਾਲ। ਠੀਕ ਹੈ ਨਾ। ਯਾਨੀ ਕਿ ਹਾਈਡਰੋਜਨ ਦੀ ਕੀ ਹੋ ਗਈ, ਆਕਸੀਡੇਸ਼ਨ ਹੋ ਗਈ। ਗਿਆ ਨਾ ਪਤਾ, ਮਤਲਬ ਕਿ ਡਬਲ ਰਿਐਕਸ਼ਨ ਇੱਥੇ ਜਿਹੜਾ ਕਿ ਹੋ ਗਿਆ ਹੈ। ਇੱਕ ਤੇ ਮਤਲਬ ਕਿ ਆਕਸੀਡੇਸ਼ਨ ਵੀ ਹੋ ਰਹੀ ਹੈ ਤੇ ਦੂਜੇ ਪਾਸੇ ਕੀ ਹੋ ਰਹੀ ਹੈ ਸਾਡੇ ਕੋਲ, ਰਿਡਕਸ਼ਨ ਵੀ ਹੋ ਰਹੀ ਹੈ। ਤੇ ਜਿਹੜੀ ਇਹਦੇ ਵਿੱਚ ਡਬਲ ਜਿਹੜਾ ਕਿ ਹੁੰਦਾ ਨਾ ਰਿਐਕਸ਼ਨ ਇਸ ਤਰ੍ਹਾਂ ਦਾ, ਉਹਨੂੰ ਆਪਾਂ ਕੀ ਕਹਿੰਦੇ ਆ, ਰਿਡੌਕਸ ਰਿਐਕਸ਼ਨ। ਠੀਕ ਹੈ ਨਾ। ਇਹਦੇ 'ਚ ਦੋਨੋਂ ਚੀਜ਼ਾਂ ਹੋ ਰਹੀਆਂ ਨੇ, ਮਤਲਬ ਕਿ ਰਿਡੌਕਸ ਮਤਲਬ ਕਿ ਰਿਡਕਸ਼ਨ ਵੀ ਜਿਹੜਾ ਕਿ ਹੋ ਰਹੀ ਹੈ ਤੇ ਦੂਸਰੀ ਜਿਹੜੇ ਕਿ ਸਾਡੇ ਕੋਲ ਕੀ ਹੋ ਰਹੀ ਹੈ, ਆਕਸੀਡੇਸ਼ਨ ਵੀ ਜਿਹੜਾ ਕਿ ਉਹ ਹੋ ਰਹੀ ਹੈ। ਯਾਨੀ ਕਿ ਦੋਵੇਂ ਕੰਮ ਜਿਹੜਾ ਕਿ ਉਹ ਹੋ ਰਹੇ ਨੇ। ਇਸ ਕਰਕੇ ਆਪਾਂ ਇਹਨੂੰ ਕੀ ਕਹਿੰਦੇ ਆ, ਹੁਣ ਇੱਥੇ ਅਸੀਂ ਦੇਖ ਲਿਆ ਸੀਗਾ ਕਿ ਆਕਸੀਡੇਸ਼ਨ ਤੇ ਰਿਡਕਸ਼ਨ ਜਿਹੜਾ ਕਿ ਉਹ ਨਾਲੋਂ ਨਾਲ ਜਿਹੜਾ ਕਿ ਹੋ ਰਹੇ, ਇਹਨੂੰ ਰਿਡੌਕਸ ਰਿਐਕਸ਼ਨ ਕਹਿ ਦਿੱਤਾ ਜਾਂਦਾ ਹੈ, ਕਿਉਂਕਿ ਰਿਡਕਸ਼ਨ ਵੀ ਹੋ ਰਹੀ ਹੈ। रिडक्शन तो मतलब क्या है, रेड मतलब के ले लिया तो ऑक्सीडेशन तो ऑक्स ले लिया, इस करके ਇਹਦਾ ਨਾਂ ਜਿਹੜਾ ਕੰਬਾਈਨ ਰੂਪ ਚ ਕੀ ਕਹਿਤਾ, ਰਿਡੌਕਸ ਰਿਐਕਸ਼ਨ ਜਿਹੜਾ ਕਿ ਕਹਿ ਦਿੱਤਾ। ਹੁਣ ਅਗਰ ਦੁਨੀਆ ਵੀ ਜਿਹੜਾ ਕਿ ਰਿਡੌਕਸ ਰਿਐਕਸ਼ਨ ਦੀਆਂ ਐਗਜ਼ਾਮਪਲਾਂ ਅਸੀਂ ਦੇਖ ਲਈਏ ਤੇ ਜੀ ਕੀ ਆ ਕਿ ਜਿੰਕ ਆਕਸਾਈਡ ਹੈ, ਇਹ ਕਾਰਬਨ ਦੇ ਨਾਲ ਮਿਲਿਆ ਤਾਂ ਹੁਣ ਕੀ ਹੋ ਗਿਆ ਇਹਦੇ 'ਚ ਤੇ ਕਿ ਜਿੰਕ ਦੀ ਤੇ ਜਿਹੜਾ ਕਿ ਰਿਡਕਸ਼ਨ ਹੋ ਗਈ। ਕਿਉਂ, ਕਿਉਂਕਿ ਇਹਦੇ 'ਚੋਂ ਆਕਸੀਜਨ ਉਤਰ ਗਿਆ ਤੇ ਇਹ ਜਿਹੜੀ ਆਕਸੀਜਨ ਸੀ ਉਹ ਕਾਰਬਨ ਦੇ ਨਾਲ ਲੱਗ ਗਈ, ਇਹਦੀ ਆਕਸੀਡੇਸ਼ਨ ਹੋ ਗਈ। ਯਾਨੀ ਕਿ ਜਿੰਕ ਦੀ ਰਿਡਕਸ਼ਨ ਹੋ ਗਈ ਤੇ ਕਾਰਬਨ ਦੀ ਆਕਸੀਡੇਸ਼ਨ ਹੋ ਗਈ ਤੇ ਇਹਨੂੰ ਰਿਡੌਕਸ ਰਿਐਕਸ਼ਨ ਕਹਿ ਦਿੱਤਾ। ਹੁਣ ਇਹਦੇ ਵਿੱਚ ਅਸੀਂ ਦੇਖੀਏ ਮੈਗਨੀਸ਼ੀਅਮ ਆਕਸਾਈਡ ਹੈ ਤੇ ਹਾਈਡਰੋਜਨ ਜਿਹੜਾ ਕਿ ਆ ਕਲੋਰਾਈਡ ਜਿਹੜਾ ਕਿ ਹੈਗਾ, ਤੇ ਮੈਗਨੀਸ਼ੀਅਮ ਦੇ ਨਾਲੋਂ ਆਕਸੀਜਨ ਉਤਰ ਗਈ ਤੇ ਇਹਦਾ ਮਤਲਬ ਮੈਗਨੀਸ਼ੀਅਮ ਦੇ ਕੀ ਹੋ ਗਈ ਹੈ ਸਾਡੇ ਕੋਲ, ਰਿਡਕਸ਼ਨ ਜਿਹੜਾ ਕਿ ਹੋ ਗਈ ਹੈ ਤੇ ਇੱਥੇ ਆਕਸੀਜਨ ਜਿਹੜਾ ਕਿ ਕਿਹਦੇ ਨਾਲ ਜਿਹੜਾ ਕਿ ਆ, ਹਾਈਡਰੋਜਨ ਦੇ ਨਾਲ ਜਿਹੜਾ ਕਿ ਜਾ ਲੱਗੀ ਹੈ, ਇਸ ਕਰਕੇ ਹਾਈਡਰੋਜਨ ਦੇ ਕੀ ਹੋ ਗਿਆ, ਆਕਸੀਡੇਸ਼ਨ ਜਿਹੜਾ ਕਿ ਹੋ ਗਈ ਹੈ। ਸੋ ਇਸ ਤਰ੍ਹਾਂ ਦੇ ਰਿਐਕਸ਼ਨ ਜਿਹੜਾ ਕਿ ਇਹਨਾਂ ਨੂੰ ਆਪਾਂ ਕੀ ਕਹਿੰਦੇ ਆ, ਰਿਡੌਕਸ ਰਿਐਕਸ਼ਨ ਕਹਿ ਦਿੰਦੇ ਹਾਂ। ठीक है ना। ये तो सानू रिडॉक्स रिएक्शन बारे जिहड़ा कि सारा जिहड़ा कि वो पता लग जाता। ठीक है ना। इस तरह जिहड़ा कि इफ ए सबसटेंस लूजेस ऑक्सीजन और गेन हाइड्रोजन, जेकर वो लूज कर दी ऑक्सीजन या गेन कर दी हाइड्रोजन ड्यूरिंग द रिडक्शन इट इज़ रिड्यूस। मतलब क्या इस तरह कह दिंदे साडे कोल कि
एग्जाम्पल है वी कैन सी दैट इफ सबसटेंस गेन ऑक्सीजन और लूज हाइड्रोजन, जेकर वो गेन करती है ऑक्सीजन या लूज करती हाइड्रोजन ड्यूरिंग इरेक्शन, ये ऑक्सीडाइज हो जाती है। इफ ए सबसटेंस लूजेज ऑक्सीजन, लूज करती है ऑक्सीजन या गेन हाइड्रोजन करती है रिएक्शन दे विच, तां ये रिड्यूस हो जाती है। यानी कि ये चीज़ जी इंपॉर्टेंट ये हैगी। ਹੁਣ ਜਿਹੜਾ ਕਿ ਅਸੀਂ ਆਪਣੀ ਆਮ ਲਾਈਫ ਦੇ ਵਿੱਚ ਦੇਖਦੇ ਹਾਂ ਕਿ ਆਕਸੀਡੇਸ਼ਨ ਜਾਂ ਮਤਲਬ ਕਿ ਇਹਨਾਂ ਦਾ ਇਫੈਕਟ ਜਿਹੜਾ ਕਿ ਆਪਣੀ ਐਵਰੀਡੇ ਲਾਈਫ ਦੇ ਵਿੱਚ ਜਿਹੜਾ ਕਿ ਦੇਖਦੇ ਹਾਂ ਰੋਜ਼ਾਨਾ, ਜਿਹੜਾ ਕਿ ਕੋਰੋਜਨ ਦੀ ਗੱਲ ਕਰਦੇ ਹਾਂ। ਕੋਰੋਜਨ ਕੀ ਹੁੰਦਾ? ਆਕਸੀਡੇਸ਼ਨ ਹੀ ਹੁੰਦਾ ਹੈ। ਕਿਹਦੀ ਆਕਸੀਡੇਸ਼ਨ ਹੁੰਦੀ ਹੈ? ਆਇਰਨ ਦੀ। ਆਪਾਂ ਜਿਸ ਤਰ੍ਹਾਂ ਦੇਖਦੇ ਹਾਂ ਨਾ ਕਿ ਆਇਰਨ ਜਿਹੜਾ ਕਿ ਆਪਾਂ ਲੋਹਾ ਬਾਹਰ ਆਪਣੇ ਵਾਟਰ ਕੂਲਰਸ ਹੁੰਦੇ ਆ ਉਹਨਾਂ ਦੇ ਵਿੱਚ ਵੀ ਦੇਖਦੇ ਹਾਂ ਕਿ ਆਇਰਨ ਦੇ ਕੀ ਹੁੰਦਾ ਕਿ ਆਇਰਨ ਜਿਹੜਾ ਕਿ ਆਕਸੀਜਨ ਬਾਹਰ ਜਿਹੜਾ ਵਾਤਾਵਰਨ 'ਚ ਹੁੰਦੀ ਉਹਦਾ ਰਿਐਕਟ ਕਰਦਾ ਹੈ ਅਤੇ ਕੀ ਬਣ ਜਾਂਦਾ ਉੱਥੇ? ਆਇਰਨ ਆਕਸਾਈਡ ਬਣ ਜਾਂਦਾ। ਆਇਰਨ ਆਕਸਾਈਡ ਕੀ ਹੁੰਦਾ ਕਿ ਹੌਲੀ ਹੌਲੀ ਜਿਹੜਾ ਕਿ ਰਸਟਿੰਗ ਜੀ ਜਾਣੀ ਕਿ ਬਰਾਊਨ ਜਿਹੇ ਰੰਗ ਦਾ ਪਦਾਰਥ ਬਣ ਕੇ ਥੱਲੇ ਡਿੱਗੀ ਜਾਂਦਾ, ਉਹ ਆਇਰਨ ਆਕਸਾਈਡ ਹੁੰਦਾ। ਇਸੇ ਤਰ੍ਹਾਂ ਜਿਹੜਾ ਕਿ ਹੋਰ ਚੀਜ਼ ਆ ਜਾਂਦੀ ਉਹ ਕੀ ਆ ਸਾਡੇ ਕੋਲ ਕਿ ਕਾਪਰ ਜਿਹੜਾ ਆ ਉਹ ਮਤਲਬ ਕਿ ਕਿ ਜਿਸ ਤਰ੍ਹਾਂ ਆਪਾਂ ਕਾਪਰ ਨੂੰ ਲੈ ਲਈਏ ਅਤੇ ਕਾਪਰ ਵੀ ਜਿਹੜਾ ਕਿ ਉਹ ਮਤਲਬ ਕਿ ਰਸਟ ਖਾ ਖਾ ਕੇ ਜਿਹੜਾ ਕਿ ਮਤਲਬ ਉੱਤੇ ਗ੍ਰੀਨਿਸ਼ ਜਿਹੜਾ ਕਿ ਹੋ ਜਾਂਦਾ ਹੈ, ਜਾਂ ਮਤਲਬ ਕਿ ਬਰਾਊਨਿਸ਼ ਜਿਹੜਾ ਕਿ ਬਰਾਊਨਿਸ਼ ਗ੍ਰੀਨਿਸ਼ ਜਿਹੜਾ ਕਿ ਉੱਤੇ ਮਤਲਬ ਕਿ ਕਰੋਜਨ ਜਿਹੜੀ ਹੋ ਜਾਂਦੀ ਹੈ, ਉਹ ਵੀ ਆਕਸੀਡੇਸ਼ਨ ਕਰਕੇ ਆਉਂਦੀ ਹੈ। ਸਿਲਵਰ, ਆਪਾਂ ਸਿਲਵਰ ਦੇਖਦੇ ਨਾ, ਚਾਂਦੀ ਦੇ ਜਿਹੜਾ ਕਿ ਚਾਂਦੀ ਦੇ ਜਿਸ ਤਰ੍ਹਾਂ ਗਹਿਣੇ ਲਿਆਉਂਦੇ ਆਪਾਂ ਅਤੇ ਕੀ ਹੁੰਦੇ ਨੇ ਬਿਲਕੁਲ ਜਿਹੜਾ ਕਿ ਨਵੇਂ ਹੁੰਦੇ, ਬਿਲਕੁਲ ਸ਼ਾਈਨਿੰਗ ਹੁੰਦੇ ਆ, ਅਤੇ ਜਿਉਂ ਆਪਾਂ ਜਿਹੜਾ ਕਿ ਉਹਨੂੰ ਮਤਲਬ ਕਿ ਟਾਈਮ ਦੇ ਨਾਲ ਉਹ ਖਰਾਬ ਹੋਈ ਜਾਂਦੇ ਨੇ ਤਾਂ ਉਹਨਾਂ ਦੇ ਵਿੱਚ ਕੀ ਆਕਸੀਡੇਸ਼ਨ ਹੋ ਜਾਂਦੀ ਹੈ, ਯਾਨੀ ਕਿ ਉਹਨਾਂ ਦੇ ਕਰੋਜਨ ਜਿਹੜਾ ਕਿ ਉਹ ਹੋ ਜਾਂਦੀ ਹੈ। ਇਸ ਤਰ੍ਹਾਂ ਜਿਹੜਾ ਕਿ ਕਰੋਡ ਹੋ ਕੇ ਮਤਲਬ ਖਰਾਬ ਜਿਹੜਾ ਕਿ ਉਹ ਹੋ ਜਾਂਦੇ ਨੇ। ਠੀਕ ਹੈ, ਇਸ ਤਰ੍ਹਾਂ ਮਤਲਬ ਸਾਰੀਆਂ ਅਸੀਂ ਦੇਖਦੇ ਹਾਂ ਬ੍ਰਿਜਿਸ ਨੂੰ, ਰੇਲਵੇ ਸ਼ਿਪਸ ਵਗੈਰਾ, ਇਹ ਸਾਰੀਆਂ ਚੀਜ਼ਾਂ ਜਿਹੜਾ ਕਿ ਕਰੋਜਨ ਹੋਣ ਕਰਕੇ ਖਰਾਬ ਹੋ ਜਾਂਦੀਆਂ ਨੇ। ਕਰੋਜਨ ਜਿਹੜੀ ਕਿ ਬਹੁਤ ਵੱਡੀ ਪ੍ਰੋਬਲਮ ਜਿਹੜਾ ਕਿ ਉਹ ਹੈਗੀ ਹੈ। ਠੀਕ ਹੈ, ਸੋ ਇਹ ਸੀਗੇ ਕਿ ਮੇਨਲੀ ਜਿਹੜਾ ਕਿ ਆਕਸੀਡੇਸ਼ਨ ਜਿਹੜਾ ਕਿ ਅਸੀਂ ਮਤਲਬ ਕਿ ਦੇਖਦੇ ਹਾਂ ਕਿ ਇਹਦੇ 'ਚ ਲੋਹੇ ਦੇ ਕਰਕੇ ਜਿਹੜਾ ਕਿ ਆਕਸੀਡੇਸ਼ਨ ਹੋਣ ਕਰਕੇ, ਜੰਗ ਲੱਗਣ ਕਰਕੇ ਸਾਡੀਆਂ ਸਾਰੀਆਂ ਬਿਲਡਿੰਗਾਂ ਹੋਣ ਜਾਂ ਕੋਈ ਵੱਡੀਆਂ ਚੀਜ਼ਾਂ ਹੋਣ, ਉਹ ਜਿਹੜਾ ਕਲੈਪਸ ਹੋਣ ਦਾ ਡਰ ਹੁੰਦਾ। ਉੱਥੇ ਫਿਰ ਆਪਾਂ ਕਦੇ ਪੇਂਟ ਯੂਜ਼ ਕਰਦੇ ਹਾਂ, ਕਦੇ ਕੁਛ ਯੂਜ਼ ਕਰਦੇ ਹਾਂ ਤਾਂ ਕਿ ਉਹ ਜਿਹੜਾ ਸਾਡਾ ਲੋਹਾ ਹੈ ਉਹ ਖਰਾਬ ਨਾ ਹੋਵੇ। ਠੀਕ ਹੈ ਨਾ। ਰੈਨਸੀਡਿਟੀ, ਹੁਣ ਇਹ ਲਾਸਟ ਜਿਹੜਾ ਕਿ ਟੋਪਿਕ ਜਿਹੜਾ ਕਿ ਆ ਜਾਂਦਾ ਰੈਨਸੀਡਿਟੀ, ਮਤਲਬ ਇਹ ਕੀ ਹੁੰਦੀ ਹੈ ਕਿ ਜਿਸ ਤਰ੍ਹਾਂ ਆਪਾਂ ਆਇਲ ਵਗੈਰਾ ਲੈਂਦੇ ਹਾਂ ਨਾ, ਫੈਟ ਵਗੈਰਾ ਜਿਹੜਾ ਕਿ ਖਾਣੇ ਦੇ ਵਿੱਚ ਹੁੰਦੀ ਹੈ, ਅਤੇ ਆਪਾਂ ਜਿਹੜਾ ਕਿ ਕੁਛ ਚਿਰ ਲਈ ਜਿਹੜਾ ਬਾਹਰ ਰਹਿਣ ਦੇਈਏ, ਯਾਨੀ ਕਿ ਜਿਸ ਤਰ੍ਹਾਂ ਆਇਲੀ ਚੀਜ਼ ਆ ਉਹ ਬਾਹਰ ਰਹਿ ਗਈ, ਅਤੇ ਆਪਾਂ ਦੇਖਦੇ ਹਾਂ ਕਿ ਕੁਛ ਸਮੇਂ ਬਾਅਦ ਉਹ ਖਰਾਬ ਹੋਣੀ ਸ਼ੁਰੂ ਹੋ ਜਾਂਦੀ ਅਤੇ ਸਮੈਲ, ਬੜੀ ਗੰਦੀ ਸਮੈਲ ਜਿਹੜਾ ਕਿ ਆਉਣੀ ਸ਼ੁਰੂ ਹੋ ਜਾਂਦੀ। ਹੁੰਦਾ ਕੀ ਹੈ ਕਿਉਂਕਿ ਬਾਹਰ ਆਕਸੀਜਨ ਹੈ, ਆਕਸੀਜਨ ਜਿਹੜਾ ਕਿ ਉਹ ਸਾਡੇ ਖਾਣੇ ਨਾਲ ਰਿਐਕਟ ਕਰੇਗੀ, ਉਹਨੂੰ ਆਕਸੀਡਾਈਜ਼ਡ ਕਰ ਦੇਗੀ, ਆਕਸੀਡਾਈਜ਼ ਹੋ ਕੇ ਉਹ ਜਿਹੜਾ ਕਿ ਹੈ ਮਤਲਬ ਉਹ ਖਰਾਬ ਹੋਣਾ ਜਿਹੜਾ ਕਿ ਸ਼ੁਰੂ ਹੋ ਜਾਂਦਾ, ਉਹ 'ਚੋਂ ਸਮੈਲ ਜਿਹੜਾ ਕਿ ਆਉਣੀ ਸ਼ੁਰੂ ਹੋ ਜਾਂਦੀ, ਉਹਦਾ ਟੇਸਟ ਵੀ ਜਿਹੜਾ ਕਿ ਖਰਾਬ ਹੋ ਜਾਂਦਾ। ਅਤੇ ਇਹ ਜਿਹੜਾ ਕਿ ਹੈ ਮਤਲਬ ਸਾਡੇ ਕੋਲ ਸਾਡਾ ਖਾਣਾ ਜਿਹੜਾ ਕਿ ਜ਼ਿਆਦਾ ਚਿਰ ਪਿਆ ਨਹੀਂ ਰਹਿ ਸਕਦਾ। ਅਤੇ ਇਸ ਵਾਸਤੇ ਅਸੀਂ ਕੀ ਕਰਦੇ ਹਾਂ, ਜਿਹੜੀ ਕਿ ਆਕਸੀਡੇਸ਼ਨ ਨੂੰ ਰੋਕਣ ਵਾਸਤੇ ਕੀ ਕਰਦੇ ਹਾਂ ਆਪਾਂ, ਐਂਟੀ ਆਕਸੀਡੈਂਟ ਵਿੱਚ ਜਿਹੜਾ ਕਿ ਖਾਣੇ 'ਤੇ ਪਾਉਂਦੇ ਹਾਂ। ਉਹ ਐਂਟੀ ਆਕਸੀਡੈਂਟਸ ਜਿਹੜਾ ਕਿ ਆ ਮਤਲਬ ਕਿਹੜੇ ਹੁੰਦੇ ਨੇ, ਜਿਸ ਤਰ੍ਹਾਂ ਆਪਾਂ ਕਹਿੰਦੇ ਨਾ ਕਿ ਆਪਾਂ ਚਿਪਸ ਵਗੈਰਾ ਲਿਆਉਂਦੇ ਜਾਂ ਕੋਈ ਚੀਜ਼ ਲਿਆਉਂਦੇ ਹਾਂ ਤਾਂ ਉਹਨਾਂ ਦੇ ਵਿੱਚ ਜਿਹੜਾ ਕਿ ਮਤਲਬ ਐਂਟੀ ਆਕਸੀਡੈਂਟਸ ਜਿਹੜਾ ਕਿ ਪਾਏ ਹੁੰਦੇ ਨੇ, ਤਾਂ ਕਿ ਜਿਹੜਾ ਉਹਨਾਂ ਦਾ ਜਿਹੜਾ ਚਿਪਸ ਪਏ ਨੇ ਉਹਨਾਂ 'ਤੇ ਜਿਹੜਾ ਕਿ ਆਪਾਂ ਦੇਖਦੇ ਹਾਂ ਡੇਟ ਪਈ ਹੁੰਦੀ ਹੈ ਕਿ 6 ਮਹੀਨੇ ਖਰਾਬ ਨਹੀਂ ਹੋਣਗੇ ਜਾਂ 4 ਮਹੀਨੇ ਖਰਾਬ ਨਹੀਂ ਹੋਣਗੇ। ਉਹ ਕਿਸ ਕਰਕੇ ਪਾਈ ਹੁੰਦੀ ਕਿ ਇਹਨਾਂ ਚਿਰ ਵਾਸਤੇ ਜਿਹੜਾ ਕਿ ਉਹ ਪ੍ਰੈਜ਼ਰਵੇਟਿਵ ਸੀਡ ਵਿੱਚ ਪਾਏ ਹੁੰਦੇ ਨੇ ਐਂਟੀ ਆਕਸੀਡੈਂਟ, ਉਹ ਵਰਕ ਕਰਨਗੇ। ਉਹ ਤੋਂ ਬਾਅਦ ਹੌਲੀ ਹੌਲੀ ਭਾਵੇਂ ਆਪਾਂ ਜਿਤਨਾ ਮਰਜ਼ੀ ਜਿਹੜਾ ਕਿ ਰੋਕਣ ਦੀ ਕੋਸ਼ਿਸ਼ ਕਰ ਲਈਏ, ਲੇਕਿਨ ਫੂਡ ਜਿਹੜਾ ਕਿ ਹੌਲੀ ਹੌਲੀ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹਨੂੰ ਆਪਾਂ ਜਿਹੜਾ ਕਿ ਥੋੜ੍ਹੀ ਦੇਰ ਲਈ ਕੰਟਰੋਲ ਜ਼ਰੂਰ ਕਰ ਸਕਦੇ ਹਾਂ, ਲੇਕਿਨ ਰੋਕ ਬਿਲਕੁਲ ਵੀ ਨਹੀਂ ਸਕਦੇ। ਸੋ ਇਹ ਚੀਜ਼ਾਂ ਦੀਆਂ ਕੀਪਿੰਗ ਮਤਲਬ ਕਿ ਇਹਨੂੰ ਮਤਲਬ ਕੰਟੇਨਰ ਦੇ ਜਿਸ ਤਰ੍ਹਾਂ ਆਪਾਂ ਰੱਖਦੇ ਹਾਂ, ਕੰਟੇਨਰ ਦੇ ਵਿੱਚ ਕੀ ਰੱਖ ਕੇ ਅਤੇ ਮਤਲਬ ਸੀਲ ਕਰਦੇ ਨੇ ਤਾਂ ਬਾਹਰ ਦੀ ਆਕਸੀਜਨ ਦੇ ਨਾਲ ਜਾ ਕੇ ਰਿਐਕਟ ਕਰਕੇ ਉਹਨੂੰ ਕਾਰਨ ਨਾ ਕਰੇ। ਜਿਸ ਤਰ੍ਹਾਂ ਆਪਾਂ ਚਿਪਸ ਦੇ ਜਿਹੜਾ ਕਿ ਬੈਗਸ ਲੈਣ ਜਾਂਦੇ, ਚਿਪਸ ਦੇ ਪੈਕਟ ਦੇ ਕੁਝ ਵੀ ਦੇਖਦੇ ਹਾਂ ਜੋ ਕਾਫੀ ਚਿਪਸ ਦੇ ਥੋੜ੍ਹੇ ਹੁੰਦੇ ਨੇ, ਕਾਫੀ ਹਵਾ ਦੇ ਕੋਈ ਚੀਜ਼ ਭਰੀ ਹੁੰਦੀ, ਉਹ ਹਵਾ ਨਹੀਂ ਹੁੰਦੀ, ਐਕਚੁਅਲੀ ਤੌਰ 'ਤੇ ਨਾਈਟ੍ਰੋਜਨ ਭਰੀ ਹੁੰਦੀ ਹੈ, ਕਿਉਂਕਿ ਸਾਡੇ ਵਾਤਾਵਰਨ ਸਭ ਤੋਂ ਜ਼ਿਆਦਾ ਕਿਹੜੀ ਚੀਜ਼ ਪਾਈ ਜਾਂਦੀ ਹੈ, ਨਾਈਟ੍ਰੋਜਨ ਹੈ। यानी कि 80% ਦੇ ਕਰੀਬ ਤਾਂ ਨਾਈਟ੍ਰੋਜਨ ਹੀ ਹੈ, 79-80%। ਉਹ ਨਾਈਟ੍ਰੋਜਨ ਜਿਹੜੀ ਉਹ ਵਾਤਾਵਰਨ ਰੱਖਦੀ ਹੈ, ਜਿੱਥੇ ਵੀ ਰੱਖਦੀ ਹੈ ਕੂਲ ਰੱਖਦੀ ਹੈ, ਤਾਂ ਕਿ ਜਿਹੜਾ ਕਿ
मतलब ਉਹ ਰਿਐਕਟ ਨਾ ਕਰੇ ਕਿਸੇ ਚੀਜ਼ ਦੇ ਨਾਲ, ਮਤਲਬ ਕਿ ਉਹਨੂੰ ਰਿਐਕਸ਼ਨ ਤੋਂ ਬਚਾਉਣ ਲਈ ਉਹਦੀ ਮਤਲਬ ਕਿ ਐਂਟੀਆਕਸੀਡੈਂਟ ਦਾ ਹੀ ਇੱਕ ਹਿਸਾਬ ਨਾਲ ਕੰਮ ਕਰਦੀ ਹੈ, ਉਹਨੂੰ ਮਤਲਬ ਕਿ ਖਰਾਬ ਨਹੀਂ ਹੋਣ ਦਿੰਦੀ ਖਾਣੇ ਨੂੰ, ਇਸ ਕਰਕੇ ਨਾਈਟ੍ਰੋਜਨ ਜਿਹੜਾ ਕਿ ਪਾਈ ਇਹ ਚੀਜ਼ਾਂ ਨੇ ਜਿਹੜੀਆਂ ਕਿ ਮਤਲਬ ਸਾਡੇ ਖਾਣੇ ਨੂੰ ਜਿਹੜਾ ਕਿ ਬਚਾਉਣ ਵਾਸਤੇ ਜਿਹੜਾ ਕਿ ਕੀਤੀਆਂ ਜਾਂਦੀਆਂ ਨੇ। ਪਰ ਇਹਨਾਂ ਚੀਜ਼ਾਂ ਦਾ ਅਸਰ ਜਿਹੜਾ ਕਿ ਦੋਨੋਂ ਸਾਈਡ 'ਤੇ ਹੀ ਹੈ, ਮਤਲਬ ਪ੍ਰੈਜ਼ਰਵੇਟਿਵ ਦਾ ਨੈਗੇਟਿਵ ਅਸਰ ਵੀ ਸਾਡੀ ਸਿਹਤ ਦੇ ਉੱਤੇ ਹੋ ਸਕਦਾ ਹੈ। ਸੋ ਸਾਨੂੰ ਜਿਹੜਾ ਕਿ ਧਿਆਨ ਨਾਲ ਹੀ ਜਿਹੜਾ ਕਿ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਨੀ ਕਿਹਾ ਜਾਂਦਾ ਹੈ ਕਿ ਹਾਂ ਕਦੇ ਕਦਾਈ ਔਰ ਥੋੜ੍ਹਾ ਹੀ ਜਿਹੜਾ ਕਿ ਸਾਨੂੰ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਨਾ ਚਾਹੀਦਾ। ਸੋ ਇਹ ਚੀਜ਼ ਆ ਗਈ ਸਾਡੇ ਕੋਲ ਕਿ ਰੈਂਸਿਡਿਟੀ ਕੀ ਹੁੰਦਾ ਹੈ ਕਿ ਕੋਈ ਵੀ ਜਿਹੜਾ ਕਿ ਆਇਲੀ ਚੀਜ਼ ਹੈ ਜਿਹਨੂੰ ਜਿਹੜਾ ਕਿ ਜ਼ਿਆਦਾ ਚਿਰ ਅਸੀਂ ਜਿਹੜਾ ਕਿ ਪਿਆ ਰਹਿਣ ਦੇਈਏ ਬਾਹਰ, ਤੇ ਕੀ ਹੋ ਜਾਂਦਾ ਹੈ ਕਿ ਆਕਸੀਜਨ ਦੇ ਰਿਐਕਸ਼ਨ ਕੰਟੈਕਟ ਦੇ ਵਿੱਚ ਆਉਣ ਦੇ ਨਾਲ ਉਹਦੀ ਕੀ ਹੋ ਜਾਂਦੀ ਹੈ ਕਿ ਆਕਸੀਡੇਸ਼ਨ ਹੋ ਜਾਂਦੀ ਹੈ ਔਰ ਉਹ ਖਰਾਬ ਜਿਹੜਾ ਕਿ ਉਹ ਹੋ ਜਾਂਦਾ। ਠੀਕ ਹੈ ਨਾ। ਤੇ ਨਾਲੇ ਅਸੀਂ ਸਿੱਖਿਆ ਵੀ ਕਿਸ ਤਰ੍ਹਾਂ ਜਿਹੜਾ ਕਿ ਆਪਾਂ ਖਾਣੇ ਸਾਡੇ ਬਿਸਕੁਟਸ ਵਗੈਰਾ ਕਿਸ ਤਰ੍ਹਾਂ ਜਿਹੜਾ ਕਿ ਉਹ ਬਚਾਉਂਦੇ ਨੇ, ਕਿ ਕਿਸ ਤਰ੍ਹਾਂ ਉਹਨਾਂ ਜਿਹੜਾ ਕਿ ਲੰਬੇ ਸਮੇਂ ਲਈ ਮਤਲਬ ਬਚਾਇਆ ਜਾਂਦਾ। ਸੋ ਇਹ ਸੀਗਾ ਸਾਡੇ ਕੋਲ ਸਾਰਾ ਦਾ ਸਾਰਾ ਜਿਹੜਾ ਕਿ ਕੈਮੀਕਲ ਰਿਐਕਸ਼ਨਸ ਦੇ ਬਾਰੇ ਦੇ ਵਿੱਚ। ਜੇ ਫਿਰ ਵੀ ਸਾਨੂੰ ਕੋਈ ਵੀ ਪ੍ਰੋਬਲਮ ਬੇਟਾ ਆਉਂਦੀ ਹੈ ਤੇ ਅਸੀਂ ਜਿਹੜਾ ਕਿ ਆ ਮਤਲਬ ਕੰਟੈਕਟ ਕਰ ਸਕਦੇ ਆ, ਜਾਂ ਜਿਹੜਾ ਕਿ ਕਮੈਂਟਸ ਦੇ ਵਿੱਚ ਸਭ ਤੋਂ ਵਧੀਆ ਹੈ ਕਿ ਤੁਸੀਂ ਲਿਖੋ ਕਿ ਹਾਂ ਤੁਹਾਨੂੰ ਕਿਹੜੀ ਗੱਲ ਦੀ ਸਮਝ ਨਹੀਂ ਆਈ, ਤੇ ਜ਼ਰੂਰ ਜਿਹੜਾ ਕਿ ਆ ਮਤਲਬ ਕੋਈ ਇਸ ਤਰ੍ਹਾਂ ਦੀ ਵੀਡੀਓ ਬਣਾਵਾਂਗੇ ਕਿ ਜਿਹਦੇ ਵਿੱਚ ਜਿਹੜਾ ਕਿ ਸਾਰੀਆਂ ਚੀਜ਼ਾਂ ਨੂੰ ਜਿਹੜਾ ਕਿ ਸਾਰੇ ਮਤਲਬ ਤੁਹਾਡੇ ਜਿਹੜੇ ਡਾਊਟਸ ਨੇ ਉਹਨਾਂ ਨੂੰ ਕਲੀਅਰ ਕੀਤਾ ਜਾ ਸਕੇ। So thank you beta, thank you very much.